वाहिगुरू जी का खालसा वाहिगुरू जी की फतेह। सन्मानयोग गुरु सवारियो, सिख मिशनरी कॉलेज वालों चल रही रोजाना ऑनलाइन गुरमत क्लास विच आप सारिਆਂ ਨੂੰ जी आया। हर मंगलवार यानी अमृतपाल सिंह जी लुधियाने वाले यूके वाले साडे नाल भट्टां दे सवैये सरलेख हेठ जो सवैये दर्ज हैं, उन्हां दी लड़ीवार विचार अर्थबोध व्याकरण निज़म उचारण सारे पक्ष साडे नाल साझे करते हैं। पहले त्यार गुरु साहिबान की गुरु जोत विच उचारण किए हुए जो सवैये सन उन्हां दे विचार असीं कर चुके हैं। पिछले हफ्ते असीं सवैये महले पंजवें के उहदी विचार आरंभ की सी। 3 सवैये असीं कर चुके हैं। चौथे सवैये तो अज की विचार आरंभ हो रही है। तो मैं बेनती कर रहा हाँ वीर अमृतपाल सिंह जी नूं कि अज की विचार आरंभ कर। वीर अमृतपाल सिंह जी, वाहिगुरू जी का खालसा वाहिगुरू जी की फतेह। सिख मिशनरी कॉलेज के चेयरमैन सत्कारयोग सरदार हरजीत सिंह जी ਅਤੇ ਉਹਨਾਂ ਦੀ ਸਮੁੱਚੀ ਵਿਦਵਾਨਾਂ ਦੀ ਟੀਮ, ਸਿੱਖ ਮਿਸ਼ਨਰੀ ਸਰਕਲ ਨਾਲ ਜੁੜੀਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਗੁਰਦੇਵ ਜੀ ਦੀ ਸਿਫਤ ਸਲਾਹ ਦੇ ਸਵਈਆਂ ਦੀ ਅਸੀਂ ਵਿਚਾਰ ਪਿਛਲੇ ਹਫ਼ਤੇ ਆਰੰਭ ਕੀਤੀ ਸੀ। ਚੌਥੇ ਸਵਈਏ ਤੋਂ ਅੱਜ ਦੀ ਵਿਚਾਰ ਆਰੰਭ ਹੈ। ਸਭ ਤੋਂ ਪਹਿਲਾਂ मैं सवैये का पाठ कर लवां जी, ते चौथे सवैये तो अज की जिहड़ी विचार आरंभ है जी। सतनाम वाहिगुरू साहिब जियो, खेल गूढ़ो कियो हर राय, संतोख समाचरियो बिमल बुद्ध सतगुर समाणो। खेल गूढ़ो कियो हर राय, संतोख समाचरियो बिमल बुद्ध सतगुर समाणो। आजोनी संभव्यो सुजस कल्य कवियण बखाणियो। गुरु नानक अंगद वरो, गुरु अंगद अमर निधान, गुरु रामदास अर्जुन वरो, पारस परस प्रमाण। गुरु नानक अंगद वरियो, गुरु अंगद अमर निधान, गुरु रामदास अर्जुन वरियो, पारस परस प्रमाण। वाहिगुरू जी का खालसा वाहिगुरू जी की फतेह। सतगुरु साहिब श्री गुरु अर्जन देव जी महाराज पंचम गुरुदेव जी की सिफत सलाह दे चौथे सवैये विच भट्ट कल सहार जी ने मेहरामत की। खेल लले नूं औंकड़ दे नाल है। ये पलिंग एक वचन नाउं है। खेल एक ऐसा शब्द है जिहड़ा गुरबाणी दे विच पलिंग के रूप विच भी आया ते स्त्रीलिंग के रूप विच भी आया। ये दोनों रूपों दे विच गुरबाणी विच सानूं मिलदा है। पलिंग के रूप दे विच असीं ये देख ही रहे हां, खेल दे लले नूं औंकड़ है। ਅਸੀਂ आम तौर ਤੇ ਸੋਦਰ ਦੀ ਬਾਣੀ ਵਿੱਚ ਜਾਂ ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਇਹ ਸ਼ਬਦ ਦੇਖਦੇ ਹਾਂ। ਜੀ ਜੰਤ ਸਭ ਤੇਰਾ ਖੇਲ, ਉੱਥੇ ਤੇਰਾ ਖੇਲ ਲੱਲੇ ਨੂੰ ਔਂਕੜ ਹੈ ਤੇ ਇਹਦਾ ਮਤਲਬ ਉਹ ਪੁਲਿੰਗ ਸ਼ਬਦ ਹੈ, ਇਸ ਕਰਕੇ ਅੱਗੇ ਤੇਰਾ ਲਫ਼ਜ਼ ਉਹਦਾ ਪੜਨਾਮ ਆ ਗਿਆ। ਜੀ ਜੰਤ ਸਭ, ਇੱਥੇ ਸਭ ਦੇ ਉੱਤੇ ਰੁਕਣਾ ਹੈ, ਜੀ ਜੰਤ ਤੇ ਨਹੀਂ ਰੁਕਣਾ, ਕਿਉਂਕਿ ਸਭ ਦੇ ਭੱਬੇ ਨੂੰ ਸਿਆਰੀ ਹੈ। जी जंत बहुते ने ते उन्हां दा विशेषण जिहड़ा सब सियारी दे नाल आ गया, बहुवचनी। जी जंत सब तेरा खेल, जे सब तेरा खेल कहांगे फिर सब दे भब्बे नूं औंकड़ आनी चाहिदी सी, पर इत्थे सब दे भब्बे नूं सियारी है। ये जी जंत नाल संबंधित है। जी जंत सब तेरा खेल,
ਜਾਂ ਅਸੀਂ ਪੜ੍ਹਦੇ ਹਾਂ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾੜੇ। ਉੱਥੇ ਵੀ ਜਿਹੜਾ ਖੇਲ ਇੱਕ ਵਚਨ ਪੁਲਿੰਗ ਦਾ ਉਹ ਲਖਾਇਕ ਹੈਗਾ। ਪਰ ਜਦੋਂ ਅਸੀਂ ਪੜ੍ਹਦੇ ਹਾਂ ਕਾਮ ਕ੍ਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ, ਉੱਥੇ ਖੇਲ ਦਾ ਲੱਲਾ ਮੁਕਤਾਵ ਹੈ ਤੇ ਐਸੀ ਸ਼ਬਦ ਆ ਗਿਆ ਅੱਗੇ ਅਖੀਰ ਤੇ ਪਿਆਰੀ ਆ ਗਿਆ ਉਹਦਾ ਵਿਸ਼ੇਸ਼ਣ ਇਸਤਰੀ ਲਿੰਗ ਵਿਸ਼ੇਸ਼ਣ। ਇਸ ਕਰਕੇ ਐਸੀ ਤੇ ਪਿਆਰੀ ਕਰਕੇ ਖੇਲ ਵੀ ਇਸਤਰੀ ਲਿੰਗ ਨਾਉਨ ਬਣ ਗਿਆ, ਇਸ ਕਰਕੇ ਉਹਦੇ ਲੱਲੇ ਦੀ ਔਂਕੜ ਕੱਟੀ ਗਈ, ਐਸੀ ਖੇਲ ਹਰ ਪਿਆਰੀ। ਇਸ ਕਰਕੇ ਸਾਨੂੰ ਗੁਰਬਾਣੀ 'ਚ ਇਹ ਧਿਆਨ ਰੱਖਣਾ ਪਏਗਾ ਕਿ ਕੁਝ ਸ਼ਬਦ ਐਸੇ ਨੇ ਜਿਹੜੇ ਪੁਲਿੰਗ ਰੂਪ 'ਚ ਵੀ ਵਰਤੇ ਗਏ ਨੇ ਤੇ ਇਸਤਰੀ ਲਿੰਗ ਰੂਪ 'ਚ ਵੀ ਵਰਤੇ ਗਏ ਨੇ। ਇੱਥੇ ਖੇਲ ਸ਼ਬਦ ਪੁਲਿੰਗ ਰੂਪ 'ਚ ਵਰਤਿਆ ਗਿਆ ਹੈ। ਖੇਲ ਗੂੜੋ ਕੀਓ ਹਰ ਰਾਏ। ਗੂੜੋ ਮੈਨੇ ਅਦਭੁਤ ਆश्चर्य, ਕੀਓ ਮੈਨੇ ਕੀਤਾ ਹੈ। ਹਰਿ ਰਾਏ, ਹਰਿ ਰਾਏ ਜਿਹੜਾ ਹਰੀ ਰਾਜਾ ਹੈ ਪ੍ਰਭੂ, ਉਹਨੇ ਗੂੜਾ ਖੇਲ ਕੀਤਾ ਹੈ, ਉਹਨੇ ਬੜਾ ਆश्चर्य ਬੜਾ ਅਦਭੁਤ ਖੇਲ ਕੀਤਾ ਹੈ। ਗੂੜਾ ਖੇਲ ਦਾ ਮਤਲਬ ਅਦਭੁਤ ਆश्चर्य ਖੇਲ। ਖੇਲ ਗੂੜੋ ਕੀਓ ਹਰ ਰਾਏ, ਇੱਥੇ ਗੂੜੋ ਦਾ ਭਾਵ ਆश्चर्य ਅਦਭੁਤ। ਸੰਤੋਖ ਸਮਾਚਰਿਓ, ਸੰਤੋਖ ਦੇ ਖੱਕੇ ਨੂੰ ਆ ਗਈ ਸਿਆਰੀ। ਸੰਤੋਖ ਵਿੱਚ ਸਮਾਚਰਿਓ, ਸਮਾਚਰਿਓ ਮੈਨੇ ਵਿਚਰਨਾ। ਗੁਰੂ ਅਰਜਨ ਦੇਵ ਪਾਤਸ਼ਾਹ ਸੰਤੋਖ ਵਿੱਚ ਵਿਚਰਦੇ ਹਨ। ਆ ਇੱਕ ਗੂੜਾ ਖੇਲ ਕੀਤਾ ਪ੍ਰਭੂ ਨੇ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੜੇ ਸੰਤੋਖੀ ਹਨ, ਸੰਤੋਖ ਵਿੱਚ ਆ ਗਏ। ਸੰਤੋਖ ਦਾ ਮਤਲਬ ਹੁੰਦਾ ਹੈ ਰੱਜ, ਤ੍ਰਿਪਤੀ ਹੋ ਜਾਣੀ, ਕਿ ਹੋਰ ਕਿਸੇ ਚੀਜ਼ ਦੀ ਆਸ਼ਾ ਰਹਿਣੀ ਨਾ, ਇੱਛਾ ਰਹਿਣੀ ਨਾ, ਸਾਰੀਆਂ ਆਸ਼ਾਵਾਂ ਤ੍ਰਿਸ਼ਨਾਵਾਂ ਖਤਮ ਹੋ ਜਾਣੀਆਂ। ਉਹਨੂੰ ਕਹਿੰਦੇ ਨੇ ਸੰਤੋਖ ਵਿੱਚ ਆ ਜਾਣਾ, ਰੱਜ ਵਿੱਚ ਆ ਜਾਣਾ। ਤੇ ਰੱਜ ਵਿੱਚ ਆਇਆ ਹੋਇਆ ਜਿਹੜਾ ਮਨੁੱਖ ਹੈ ਉਹ ਫਿਰ ਇੱਕ ਸੂਤਰ 'ਚ ਪਰੋਇਆ ਜਾਂਦਾ ਹੈ, ਉਹ ਇੱਕ ਨਿਯਮ ਦੇ ਵਿੱਚ ਹੀ ਰਹਿੰਦਾ ਹੈ। ਨਿਯਮ ਤੋਂ ਬਾਹਰ ਫਿਰ ਕਦੀ ਵੀ ਉਹ ਵਿਚਰਦਾ ਨਹੀਂ ਹੈ। ਉਹਦਾ ਜੀਵਨ ਦੇ ਵਿੱਚ ਇੱਕ ਨਿਯਮ ਪੈਦਾ ਹੋ ਜਾਂਦਾ ਹੈ। ਜਿਵੇਂ ਅਸੀਂ ਕਹਿੰਦੇ ਹਾਂ ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪਰਖਿਆ ਜਿਨ ਸੂਤ। ਸੰਤੋਖ ਰੂਪੀ ਸੂਤਰ ਦੇ ਵਿੱਚ ਹੁਣ ਸੰਤੋਖ ਦਾ ਮਤਲਬ ਜਿਹੜਾ ਹੁਣ ਡੋਲਦਾ ਨਹੀਂ ਹੈ, ਨਾ ਵੱਧਦਾ ਹੈ ਨਾ ਘਟਦਾ ਹੈ, ਇੱਕ ਸਮਾਨ। ਹੁਣ ਕੁੱਲ ਕਾਇਨਾਤ ਸੰਤੋਖ ਦੇ ਵਿੱਚ ਹੈ, ਸਾਰੀ ਦੁਨੀਆ ਸੰਤੋਖ ਦੇ ਸੂਤਰ 'ਚ ਪਰੋਈ ਹੋਈ ਹੈ। ਜਿਵੇਂ ਸੂਰਜ ਬੜੇ ਸੰਤੋਖ 'ਚ ਹੈ, ਉਹਨੇ ਜਿੰਨੀ ਹੀਟ ਦੇਣੀ ਓਨੀ ਦੇਣੀ, ਨਾ ਘੱਟ ਨਾ ਵੱਧ। ਧਰਤੀ ਸੰਤੋਖ ਦੇ ਵਿੱਚ ਹੈ, ਨਾ 1 ਇੰਚ ਉਹਨੇ ਸੂਰਜ ਦੇ ਨੇੜੇ ਜਾਣਾ ਨਾ ਦੂਰ ਜਾਣਾ, ਨਾ ਉਹਨੇ ਇੱਕ ਦਿਨ ਜ਼ਿਆਦਾ ਲਾਣਾ ਚੱਕਰ ਕੱਟਣ 'ਚ, ਨਾ ਇੱਕ ਦਿਨ ਘੱਟ ਲਾਣਾ। ਆਪਣੇ ਧੂਰੇ ਦੇ ਵਾਲੇ ਚੱਕਰ ਨਾ ਉਹਨੇ ਚੱਕਰ ਕੱਟਦੇ 1 ਘੰਟਾ ਜ਼ਿਆਦਾ ਲਾਣਾ ਨਾ ਘੱਟ ਲਾਣਾ। ਸੰਤੋਖ 'ਚ ਬੰਨੀ ਗਈ ਉਹ। ਸੰਤੋਖ ਮੈਨੇ ਨਾ ਘੱਟ ਨਾ ਵੱਧ, ਰੱਜਵਾ ਪੂਰਾ ਪੂਰਾ। ਜਿਵੇਂ ਪਾਣੀ ਸੰਤੋਖ ਦੇ ਵਿੱਚ ਉਹਦਾ ਕੰਮ ਨਿਵਾਣ ਵੱਲ ਚੱਲਣਾ ਹੈ, ਉਹ ਆਪ ਮੁਹਾਰੇ ਉੱਤੇ ਨਹੀਂ ਜਾਏਗਾ। ਅੱਗ ਦਾ ਕੰਮ ਸਾੜਨਾ ਹੈ। ਹਰ ਚੀਜ਼ ਇੱਕ ਨਿਯਮ ਦੇ ਵਿੱਚ ਚੱਲ ਪਈ, ਉਸ ਸੰਤੋਖ ਦੇ ਵਿੱਚ ਆ ਗਈ। ਸੰਤੋਖ ਇੱਕ ਬਹੁਤ ਵੱਡਾ ਗੁਣ ਹੈ ਜਿਹੜਾ ਸਾਡੇ ਲਈ ਬਹੁਤ ਔਖਾ ਹੈ ਕਿ 4 ਬੰਦੇ ਗੱਲਾਂ ਕਰਦੇ ਹੁਣ, 5ਵਾਂ ਚੁੱਪ ਨਹੀਂ ਰਹਿ ਸਕਦਾ, ਉਹ ਕੁਛ ਨਾ ਕੁਛ ਬੋਲ ਦਿੰਦਾ ਹੈ। ਅਸੀਂ ਛੋਟੀ ਜਿਹੀ ਗੱਲ ਤੇ ਅੱਕ ਜਾਂਦੇ ਹਾਂ, ਸੰਤੋਖੀ ਨਹੀਂ ਹੁੰਦੇ, ਪੇਸ਼ੈਂਸ ਨਹੀਂ ਹੁੰਦੀ ਸਾਡੇ 'ਚ ਕਿ ਮੰਨ ਲਓ ਕਿਸੇ ਨੇ ਇੱਕ ਗੱਲ ਕਹੀ, ਅਸੀਂ 4 ਸੁਣਾ ਕੇ ਆਉਂਦੇ ਹਾਂ। ਸੰਤੋਖ ਦਾ ਮਤਲਬ ਹੁਣ ਕਿਸੇ ਚੀਜ਼ ਦੀ ਇੱਛਾ ਨਹੀਂ ਰਹੀ, ਰੱਜ ਆ ਗਿਆ, ਤ੍ਰਿਪਤੀ ਆ ਗਈ, ਨਿਯਮ ਆ ਗਿਆ, ਬੰਦਸ਼ 'ਚ ਆ ਗਏ। ਹੁਣ ਬੰਦਸ਼ 'ਚੋਂ ਇਹ ਇੱਧਰ ਉੱਧਰ ਨਹੀਂ ਜਾਂਦਾ, ਬੰਦਸ਼ ਤੋਂ ਭਟਕਦਾ ਨਹੀਂ ਹੈ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਸੰਤੋਖ ਦੇ ਵਿੱਚ ਨੇ, ਇੱਕ ਬੰਨ੍ਹਵੇਂ ਨਿਯਮ ਦੇ ਵਿੱਚ ਆ ਗਏ। ਸਮਾਚਰਿਓ ਮੈਨੇ ਵਿਚਰਦੇ ਨੇ, ਸੰਤੋਖ ਵਿੱਚ ਵਿਚਰਦੇ ਨੇ। ਕਿੰਨਾ ਸੰਤੋਖ ਹੈ ਕਿ ਜੇ ਚੜਾਵਾ ਆ ਰਿਹਾ ਤੇ ਤਾਂ ਵੀ ਲੰਗਰ ਚੱਲ ਰਿਹਾ, ਜੇ ਚੜਾਵਾ ਨਹੀਂ ਆ ਰਿਹਾ ਤੇ ਘਰ ਦੇ ਗਹਿਣੇ ਵੇਚ ਕੇ ਲੰਗਰ ਚਲਾ ਰਹੇ ਨੇ। ਪਰ ਕਦੀ ਪ੍ਰਿਥੀ ਚੰਦ ਨੂੰ ਕਿਤੇ ਨਹੀਂ ਕਿਹਾ ਕਿ ਪ੍ਰਿਥੀ ਚੰਦ ਤੂੰ ਦਸਵੰਧ ਦੀ ਭੇਟਾ ਚੁੱਕ ਕੇ ਲੈ ਗਿਆ, ਜਾਂ ਤੂੰ ਰਸ ਦਾਸ਼ਨ ਚੁੱਕ ਕੇ ਲੈ ਗਿਆ, ਸੰਗਤਾਂ ਦੀਆਂ ਭੇਟਾਵਾਂ ਚੁੱਕ, ਇੱਕ ਵਾਰ ਵੀ ਨਹੀਂ ਕਿਹਾ ਕਿ ਤੂੰ ਚੁੱਕ ਕੇ ਲੈ ਗਿਆ। ਇਹ ਸੰਤੋਖ ਹੈ ਉਹਨਾਂ ਦਾ। ਪ੍ਰਿਥੀ ਚੰਦ ਪੱਗ ਨੂੰ ਹੱਥ ਪਾਉਂਦਾ, ਗੁਰੂ ਅਰਜਨ ਦੇਵ ਪਾਤਸ਼ਾਹ ਆਪ ਦਸਤਾਰ ਲਾ ਕੇ ਉਹਨੂੰ ਦੇ ਦਿੰਦੇ ਨੇ। ਇੰਨਾ ਸੰਤੋਖ ਹੈ ਕਿ ਸਾਨੂੰ ਨਹੀਂ ਸੀ ਪਤਾ ਤੁਹਾਡੀ ਦਸਤਾਰ ਤੁਸੀਂ ਸਜਾ ਲਓ। ਇਹਨੂੰ ਕਹਿੰਦੇ ਰੱਜ, ਸੰਤੋਖ। ਯਾਦ ਰੱਖਿਓ, ਬਾਹਰ ਦੀਆਂ ਗੱਦੀਆਂ ਤੇ ਉਹ ਕਬਜ਼ੇ ਕਰਦੇ ਨੇ ਜਿਹੜੇ ਅੰਦਰੋਂ ਖੋਖਲੇ ਹੁੰਦੇ ਨੇ, ਥੋਥੇ ਹੁੰਦੇ ਨੇ, ਜਿਹੜੇ ਜਿਨ੍ਹਾਂ ਨੂੰ ਅੰਦਰ ਦਾ ਤਖਤ ਸਿੰਘਾਸਨ ਮਿਲ ਜਾਏ, ਉਹ ਬਾਹਰ ਦੀਆਂ ਗੱਦੀਆਂ ਪਿੱਛੇ ਲੜਦੇ ਹੀ ਨਹੀਂ ਹਨ। ਜੋ ਅੱਜ ਸਾਡੀ ਕੌਮ ਦੀ ਹਾਲਤ ਹੈ, ਅਨੇਕਾਂ ਸਾਧ ਗੱਦੀਆਂ ਪਿੱਛੇ ਇੱਕ ਦੂਜੇ ਨਾਲ ਲੜਦੇ ਨੇ। ਇੱਕ ਸਾਧ ਮਰਦਾ ਤੇ 20 ਸਾਧ ਆਲੇ ਦੁਆਲੇ ਘੇਰਾ ਪਾ ਕੇ ਖੜੇ ਹੁੰਦੇ ਨੇ, ਕਦੋਂ ਮਰੇ, ਇਹਨੂੰ ਧੂ ਕੇ ਸਿੰਘਾਸਨ ਤੋਂ ਲਾਈਏ ਤੇ ਗੱਦੀ ਤੇ ਕਬਜ਼ਾ ਕਰੀਏ। ਉਹ ਲੜ ਰਹੇ ਨੇ, ਔਰ 20 ਜਿਹੜੇ ਆਲੇ ਦੁਆਲੇ ਘੇਰਾ ਪਾ ਕੇ ਖੜੇ ਹੁੰਦੇ ਨੇ, ਲੜਦੇ ਨੇ। ਉਹਨਾਂ ਵਿੱਚੋਂ ਇੱਕ ਨੂੰ ਗੱਦੀ ਮਿਲ ਜਾਂਦੀ ਹੈ ਜਿਹੜਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ, ਜਿਹਦੇ ਕੋਲ ਫੌਜ ਹੁੰਦੀ ਪੂਰੀ,
19 ਰਹਿ ਜਾਂਦੇ ਨੇ ਤੇ 19 ਵੀ ਕਿਹੜਾ ਚੁੱਪ ਬੈਠਦੇ ਨੇ, 19 ਆਪੋ ਆਪਣੇ ਡੇਰੇ ਖੜੇ ਕਰ ਲੈਂਦੇ ਨੇ। ਇੱਕ ਸਾਧ ਮਰਦਾ, 19 ਡੇਰੇ ਨਵੇਂ ਹੋਰ ਤਿਆਰ ਹੋ ਜਾਂਦੇ ਨੇ। ਇਹੀ ਹਾਲ ਸਾਡੇ ਗੁਰਦੁਆਰਿਆਂ ਦੇ ਵਿੱਚ ਹੈ। ਕੁਰਸੀ ਦੀ ਖਾਤਰ, ਪ੍ਰਧਾਨਗੀ ਦੀ ਖਾਤਰ, ਚੌਧਰ ਦੀ ਖਾਤਰ ਆਪਸ ਵਿੱਚ ਲੜ ਮਰ ਰਹੇ ਨੇ। ਸੰਤੋਖ ਨਹੀਂ ਹੈ। ਜਿਹੜਾ ਅੰਦਰੋਂ ਖੋਖਲਾ ਥੋਥਾ ਹੁੰਦਾ ਹੈ, ਉਹ ਬਾਹਰ ਦੀਆਂ ਕੁਰਸੀਆਂ ਤੇ ਕਬਜ਼ੇ ਕਰਦਾ ਹੈ, ਲੜ ਕੇ ਖੋ ਕੇ ਲੈਂਦਾ ਹੈ। ਪਰ ਜਿਹਨੂੰ ਅੰਦਰ ਟਿਕਾਓ ਮਿਲ ਗਿਆ, ਸਹਿਜ ਮਿਲ ਗਿਆ, ਸੰਤੋਖ ਮਿਲ ਗਿਆ, ਰੱਜ ਮਿਲ ਗਿਆ, ਜਿਹੜਾ ਅੰਦਰ ਦੇ ਤਖਤ ਤੇ ਅਡੋਲ ਹੋ ਗਿਆ, ਉਹ ਬਾਹਰ ਦੀਆਂ ਕੁਰਸੀਆਂ ਦੀ ਪਰਵਾਹ ਨਹੀਂ ਕਰਦਾ। ਗੁਰੂ ਅਰਜਨ ਦੇਵ ਪਾਤਸ਼ਾਹ ਸੰਤੋਖੀ ਨੇ। ਬਾਹਰੋਂ ਪ੍ਰਿਥੀ ਚੰਦ ਗੁਰਤਾ ਗੱਦੀ ਦੀ ਦਸਤਾਰ ਨੂੰ ਹੱਥ ਪਾਉਂਦਾ, ਸਤਿਗੁਰੂ ਆਪ ਲਾ ਕੇ ਦੇ ਦਿੰਦੇ ਨੇ ਕਿ ਤੂੰ ਪਾ ਲੈ। ਸੰਤੋਖ ਹੈ। ਉਹ ਲੰਗਰ ਬੰਦ ਕਰਦਾ, ਚੜਾਵੇ ਚੁੱਕ ਕੇ ਲੈ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਇੱਕ ਵਾਰ ਵੀ ਨਹੀਂ ਕਹਿੰਦੇ ਕਿ ਤੂੰ ਚੜਾਵਾ ਚੁੱਕ ਕੇ ਲੈ ਗਿਆ। ਮਤਲਬ ਕਿ ਆਪਣੇ ਗਹਿਣੇ ਘਰ ਦੇ ਵੇਚ ਕੇ, ਆਪਣਾ ਕੀਮਤੀ ਸਮਾਨ ਵੇਚ ਕੇ ਵੀ ਲੰਗਰ ਜਾਰੀ ਰੱਖਦੇ ਨੇ। ਸੰਤੋਖ ਹੈ। ਇੱਕ ਵਾਰ ਵੀ ਸ਼ਿਕਾਇਤ ਨਹੀਂ ਹੈ, ਇੱਕ ਵਾਰ ਵੀ ਗਿਲਾ ਸ਼ਿਕਵਾ ਨਹੀਂ ਹੈ, ਸ਼ੁਕਰਾਨਾ ਹੈ, ਸੰਤੋਖ ਹੈ। ਸਾਹਿਬਜ਼ਾਦੇ ਦਾ ਜਨਮ ਹੁੰਦਾ ਹੈ ਹਰਗੋਬਿੰਦ ਸਾਹਿਬ ਜੀ ਦਾ। ਸੰਗਤਾਂ ਪਿਟਾਵਾਂ ਭੇਟ ਕਰਦੀਆਂ ਨੇ, ਤੋਹਫੇ ਲਿਆ ਕੇ ਸਾਹਿਬਜ਼ਾਦੇ ਨੂੰ ਦਿੰਦੀਆਂ ਨੇ। ਤੇ ਸਕੇ ਤਾਏ ਨੇ ਤੋਹਫਾ ਭੇਜਿਆ, ਜ਼ਹਿਰ ਭੇਜੀ ਸੀ ਮੇਰਾ ਭਤੀਜਾ ਮਰ ਜਾਏ। ਪਰ ਸਤਿਗੁਰੂ ਨੇ ਇੱਕ ਵਾਰ ਵੀ ਉਹਨੂੰ ਨਹੀਂ ਕਿਹਾ, ਪ੍ਰਿਥੀ ਚੰਦ ਤੂੰ ਬਾਰ-ਬਾਰ ਮੇਰੇ ਪੁੱਤਰ ਨੂੰ ਮਾਰਨ ਵਾਸਤੇ ਜ਼ਹਿਰ ਭੇਜਦਾ ਹੈ। ਇੱਕ ਵਾਰ ਵੀ ਨਹੀਂ ਕਿਹਾ। ਸੰਤੋਖ ਹੈ ਨਾ। ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣਿਓ। ਪਟਕਲ ਸਹਾਰ ਜੀ ਆਖਦੇ ਨੇ, ਜਦੋਂ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੱਲ ਦੇਖਦਾ ਵਾਂ, ਬਿਮਲ ਬੁੱਧ, ਉਹਨਾਂ ਦੀ ਬੁੱਧੀ ਮਲ ਤੋਂ ਰਹਿਤ ਹੈ। ਮਲ ਤੋਂ ਬਣਿਆ ਬਿਮਲ, ਮੈਨੇ ਮਲ ਤੋਂ ਰਹਿਤ, ਨਿਰਮਲ, ਜਿੱਥੇ ਮੈਲ ਨਹੀਂ ਹੈ। ਬੁੱਧ, ਬੁੱਧੀ, ਬੁੱਧੀ ਇਸਤਰੀ ਲਿੰਗ ਸ਼ਬਦ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ, ਇਸ ਕਰਕੇ ਇੱਥੇ ਧੱਦੇ ਨੂੰ ਸਿਆਰੀ ਲੱਗੀ ਹੋਈ ਹੈ। ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੋ। ਸਤਿਗੁਰ ਦੇ ਆਗੇ ਰਾਰੇ ਨੂੰ ਸਿਆਰੀ, ਸਤਿਗੁਰ ਵਿੱਚ ਸਮਾਣੋ ਮੈਨੇ ਸਮਾਈ ਹੋਈ ਹੈ। ਬਿਮਲ ਬੁੱਧ ਮੈਨੇ ਨਿਰਮਲ ਬੁੱਧੀ, ਬੁੱਧੀ ਤੇ ਹੈ, ਚਲਾਕੀ ਵਾਲੀ ਨਹੀਂ ਹੈ, ਮੈਲੀ ਬੁੱਧੀ ਨਹੀਂ ਹੈ। ਕਿਉਂਕਿ ਲੋਕ ਬੁੱਧੀਮਾਨ ਹੋ ਜਾਂਦੇ ਨੇ, ਨਾਲ ਚਲਾਕ ਹੋ ਜਾਂਦੇ ਨੇ, ਫਿਰ ਦੂਜੇ ਨੂੰ ਲੁੱਟਣਾ ਚਾਹੁੰਦੇ ਨੇ। ਨਿਰਮਲ ਬੁੱਧ ਕਿਸੇ ਵਿਰਲੇ ਦੀ ਹੁੰਦੀ ਹੈ ਕਿ ਉਹ ਬੁੱਧੀ ਜਿਹੜੀ ਕਿਸੇ ਦਾ ਭਲਾ ਕਰੇ। ਐਜੂਕੇਸ਼ਨ ਲੈ ਕੇ ਲੋਕ ਚਲਾਕ ਹੋ ਰਹੇ ਨੇ, ਸਿਆਣੇ ਬਹੁਤ ਘੱਟ ਹੋ ਰਹੇ ਨੇ। ਬਹੁਤ ਘੱਟ ਨੇ ਜਿਹੜੇ ਸਿਆਣੇ ਹੁੰਦੇ ਨੇ, ਚਲਾਕ ਜ਼ਿਆਦਾ ਹੋ ਰਹੇ ਨੇ ਲੋਕ। ਇਸੇ ਕਰਕੇ ਸਤਿਗੁਰੂ ਨੇ ਬਾਣੀ ਚ ਕਿਹਾ ਸੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਸਮਝ ਲਓ, ਤਾਂ ਤੁਸੀਂ ਵਿਦਿਆ ਦੀ ਵਿਚਾਰ ਕੀਤੀ ਜੇ ਉਸ ਵਿਦਿਆ ਦੇ ਨਾਲ ਕਿਸੇ ਦੂਜੇ ਦਾ ਭਲਾ ਕਰ ਰਹੇ ਹੋ। ਪਰ ਮੈਨੇ ਦੂਜੇ ਦਾ, ਪਰਾਏ ਦਾ ਉਪਕਾਰੀ, ਮੈਨੇ ਉਪਕਾਰ ਭਲਾ ਕਰਨਾ। ਸਮਝ ਲਓ, ਤਾਂ ਤੁਸੀਂ ਪੜ੍ਹਾਈ ਕੀਤੀ ਜੇ ਤੁਸੀਂ ਕਿਸੇ ਉਸ ਪੜ੍ਹਾਈ ਦੇ ਸਦਕਾ ਕਿਸੇ ਦਾ ਭਲਾ ਕਰ ਰਹੇ ਹੋ। ਤੇ ਜਿਸ ਪੜ੍ਹਾਈ ਦੇ ਨਾਲ ਕਿਸੇ ਨੂੰ ਲੁੱਟ ਰਹੇ ਹੋ, ਫਿਰ ਐਸੀ ਪੜ੍ਹਾਈ ਕਿਸੇ ਕੰਮ ਦੀ ਨਹੀਂ ਹੈ। ਫਿਰ ਇਹੋ ਜਿਹੀ ਪੜ੍ਹਾਈ ਤੋਂ ਕੀ ਲੈਣਾ ਹੈਗਾ। ਮੈਂ ਜਾਣਿਓ ਪੜ੍ਹਵੋ ਭਲੋ, ਪੜ੍ਹਵੋ ਸੋ ਭਲ ਜੋਗ। ਐਸੀ ਪੜ੍ਹਾਈ ਜਿਹੜੀ ਦੂਜੇ ਨੂੰ ਲੁੱਟਣ ਵਾਸਤੇ ਬਣੇ। ਉਹ ਵਾਲੀ ਬੁੱਧੀ ਜਿਹੜੀ ਮੈਲ ਤੋਂ ਰਹਿਤ ਹੋਵੇ, ਉਹ ਵਾਲੀ ਸਿਆਣਪ ਜਿਹੜੀ ਕਿਸੇ ਦਾ ਭਲਾ ਕਰ ਸਕਦੀ ਹੋਵੇ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵਿੱਚ ਹੈ। ਬਿਮਲ ਬੁੱਧ, ਮੈਲ ਤੋਂ ਰਹਿਤ, ਨਿਰਮਲ ਬੁੱਧੀ, ਸਤਿਗੁਰ ਸਮਾਣੋ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਵਿੱਚ, ਸਤਿਗੁਰ ਵਿੱਚ ਸਮਾਈ ਹੋਈ ਹੈ। ਭਲੇ ਦੀ ਬੁੱਧੀ ਹੈ, ਦੂਸਰੇ ਦੇ ਭਲੇ ਦੀ, ਉਪਕਾਰ ਦੀ ਸਿਆਣਪ ਹੈ ਉਹਨਾਂ ਦੇ ਵਿੱਚ। ਆਹ ਜੋਨੀ ਸੰਭਵਿਓ ਸੁਜਸ ਕੱਲਿਆ ਕਵੀਣ ਵਖਾਣਿਓ। ਆਹ ਜੋਨੀ, ਹੱਥ ਬੀੜਾਂ ਦੇ ਵਿੱਚ ਪਾਠ ਅਜੋਨੀ ਵੀ ਮਿਲਦਾ ਹੈ, ਐੜੇ ਨੂੰ ਕੰਨੇ ਤੋਂ ਬਿਨਾਂ ਵੀ। ਸੰਭਵਿਓ, ਅਜੋਨੀ ਮੈਨੇ ਜੂਨਾ ਤੋਂ ਰਹਿਤ, ਜਿਹੜਾ ਜੂਨਾ ਨਹੀਂ ਭੋਗਦਾ। ਸੰਭਵਿਓ, ਸਵੈਮ ਤੋਂ ਭਵਯ ਮੈਨੇ ਪ੍ਰਕਾਸ਼। ਸਵੈਮ, ਸਵੈਤ, ਸਹਿ ਤੋਂ ਬਣਦਾ ਸਵੈਮ, ਭੰਗ ਤੋਂ ਬਣਦਾ ਪ੍ਰਕਾਸ਼। ਇੱਥੇ ਸੰਭਵਿਓ ਦਾ ਭਾਵ ਸਵੈਮ ਤੋਂ ਪ੍ਰਕਾਸ਼, ਆਪਣੇ ਆਪ ਤੋਂ ਪ੍ਰਗਟ ਹੋਣਾ। ਸੋ ਜਸ, ਸੱਸੇ ਨੂੰ ਔਂਕੜ ਆ ਗਈ, ਇੱਕ ਵਚਨ ਪੁਲਿੰਗ ਸ਼ਬਦ ਹੈ, ਭਾਵ ਸੁੰਦਰ ਜਸ। ਸੂ ਜਸ ਮੈਨੇ ਚੰਗਾ ਸੋਹਣਾ ਜਸ। ਕੱਲਿਆ, ਕੱਲੇ ਮੈਨੇ ਜਿਹੜਾ ਕਲ ਕਵੀ ਹੈ, ਕਵੀਣ, ਕੱਲ ਆਦਿਕ ਕਵੀਆਂ ਨੇ, ਜਿਹੜੇ ਬਹੁਤ ਸਾਰੇ ਕਵੀ ਹਨ, ਵਖਾਣਿਓ, ਉਹਨਾਂ ਨੇ ਉਚਾਰਨ ਕੀਤਾ ਹੈ। ਭਾਵ ਇਹ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀਓ, ਤੁਸੀਂ ਅਜੂਨੀ ਹੋ, ਜੂਨਾਂ ਚ ਨਹੀਂ ਆਉਂਦੇ। ਭਾਵ ਤੁਹਾਡੇ ਜੀਵਨ ਦੇ ਵਿੱਚ ਰੱਬੀ ਗੁਣ ਹਨ। ਸਾਡੇ ਸੰਸਾਰੀ ਜੀਵਨ ਦੇ ਵਿੱਚ ਪਸ਼ੂ ਬਿਰਤੀਆਂ ਨੇ,
ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਕੇ ਗਏ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਕਿ ਸਰੀਰ ਮਨੁੱਖਾਂ ਵਾਲਾ ਹੈ ਪਰ ਕੰਮ ਪਸ਼ੂਆਂ ਵਾਲੇ ਨੇ। ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਕੇ ਗਏ ਨੇ, ਗੁਰੂ ਗਿਆਨ ਵੀ ਹੋਣੀ ਜ਼ਿੰਦਗੀ ਪਸ਼ੂਆਂ ਵਾਲੀ ਹੁੰਦੀ ਹੈ। ਗੁਰਮੰਤਰਹੀਣ ਸੇ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਨੈ, ਕੁਕਰੈ ਸੁਕਰੈ ਗਰਦਬੈ ਕਾਕੈ ਸਰਪਨੈ ਤੁਲ ਖਲੈ। ਗੁਰੂ ਗਿਆਨ ਵੀ ਹੋਣੀ ਜ਼ਿੰਦਗੀ ਪਸ਼ੂਆਂ ਵਾਲੀ ਹੈ। ਜਦੋਂ ਕੋਈ ਕ੍ਰੋਧ ਕਰਦਾ ਹੈ, ਜਦੋਂ ਕੋਈ ਮਨੁੱਖ ਕਿਸੇ ਤੇ ਗੁੱਸਾ ਕਰਦਾ ਹੈ, ਉਦੋਂ ਪਸ਼ੂ ਬਿਰਤੀ ਉਹਦੀ ਪ੍ਰਗਟ ਹੋ ਜਾਂਦੀ ਹੈ। ਲੋਭ ਕਰਦਾ ਕੁੱਤੇ ਵਾਲੀ ਬਿਰਤੀ ਪ੍ਰਗਟ ਹੋ ਜਾਂਦੀ ਹੈ। ਹੰਕਾਰ ਕਰਦਾ ਤੇ ਹਾਥੀ ਦੀ ਜੂਨ ਵਿੱਚ ਆ ਜਾਂਦਾ ਹੈ। ਨਿੰਦਿਆ ਚੁਗਲੀ ਦੀ ਗੰਦਗੀ ਖਾਂਦਾ ਤੇ ਸੂਰ ਬਣ ਜਾਂਦਾ ਹੈ। ਕਿਸੇ ਗਰੀਬ ਦਾ ਹੱਕ ਮਾਰਦਾ, ਸ਼ੇਰ ਬਘਿਆੜ ਦੀ ਜੂਨ ਵਿੱਚ ਆ ਜਾਂਦਾ ਹੈ। ਜਿਉਂਦੇ ਜੀ ਧਨ ਦੇ ਉੱਪਰ ਕੁੰਡਲੀ ਮਾਰ ਕੇ ਬਹਿ ਜਾਂਦਾ, ਸੱਪ ਬਣ ਜਾਂਦਾ ਹੈ। ਬਸ ਇਸੇ ਤਰ੍ਹਾਂ ਜੂਨਾ ਭੋਗਦਾ ਹੈ। ਕਬੀਲਦਾਰੀ ਦਾ ਭਾਰ ਢੋਂਦਾ ਫਿਰਦਾ, ਗਧਾ ਬਣ ਜਾਂਦਾ ਹੈ। ਗੁਰਮੰਤਰਹੀਣ ਸੇ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਨੈ, ਕੁਕਰੈ ਸੂਕਰੈ ਗਰਦਬੈ ਕਾਕੈ ਸਰਪਨੈ ਤੁਲ ਖਲੈ। ਜਿਹੜਾ ਨਿੰਦਿਆ ਚੁਗਲੀ ਦੀ ਗੰਦਗੀ ਨਹੀਂ ਖਾਂਦਾ, ਉਹ ਸੂਰ ਦੀ ਜੂਨ ਤੋਂ ਰਹਿਤ ਹੋ ਗਿਆ। ਹੰਕਾਰ ਨਹੀਂ ਕਰਦਾ, ਹਾਥੀ ਦੀ ਜੂਨ ਚ ਨਹੀਂ ਆਉਂਦਾ। ਲਾਲਚ ਨਹੀਂ ਕਰਦਾ, ਕੁੱਤੇ ਦੀ ਜੂਨ ਚ ਨਹੀਂ ਆਉਂਦਾ। ਭਾਵ ਉਹ ਜੂਨਾਂ ਤੋਂ ਮੁਕਤ ਹੋ ਜਾਂਦਾ ਹੈ। ਫਿਰ ਆਵਾਗਮਨ ਚ ਫਸਦਾ ਨਹੀਂ ਹੈ। ਸਤਿਗੁਰੂ ਕਾ ਜਨਮ ਹੈ, ਗਵਨ ਮਿਟਾਇਆ। ਗੁਰੂ ਦੇ ਘਰ ਉਹਦਾ ਮਨੁੱਖ ਵਾਲਾ ਜਨਮ ਹੁੰਦਾ, ਉਹਦੇ ਆਵਾਗਮਨ ਪਸ਼ੂਆਂ ਵਾਲੀਆਂ ਬਿਰਤੀਆਂ ਦੇ ਆਵਾਗਮਨ ਮੁੱਕ ਜਾਂਦੇ ਨੇ। ਸਹੀ ਅਰਥਾਂ ਦੇ ਵਿੱਚ ਉਹ ਇਨਸਾਨ ਹੋ ਜਾਂਦਾ ਹੈ। ਇਹ ਸਤਿਗੁਰੂ ਪਾਤਸ਼ਾਹ ਤੁਸੀਂ ਆਜੂਨੀ ਹੋ, ਤੁਸੀਂ ਪਸ਼ੂਆਂ ਵਾਲੀਆਂ ਬਿਰਤੀਆਂ ਤੋਂ ਉੱਚੇ ਹੋ, ਸੰਭਵੇ ਹੋ। ਤੁਹਾਡਾ ਸੈਮ ਤੋਂ ਪ੍ਰਕਾਸ਼ ਹੈ, ਤੁਸੀਂ ਆਪਣੇ ਆਪੇ ਤੋਂ ਪ੍ਰਗਟ ਹੋ, ਤੁਸੀਂ ਆਪਣੇ ਸਹਾਰੇ ਖੜੇ ਹੋ। ਤੁਹਾਨੂੰ ਕਿਸੇ ਨੇ ਪ੍ਰਗਟ ਨਹੀਂ ਕੀਤਾ, ਤੁਹਾਨੂੰ ਕਿਸੇ ਨੇ ਸਹਾਰਾ ਨਹੀਂ ਦਿੱਤਾ, ਤੁਸੀਂ ਆਪਣੇ ਸਹਾਰੇ ਹੋ, ਆਪਣੇ ਆਪੇ ਤੋਂ ਪ੍ਰਗਟ ਹੋ। ਭਾਵ ਆਪ ਉਦਮ ਕਰਕੇ, ਆਪ ਰੱਬੀ ਗੁਣਾਂ ਨੂੰ ਧਾਰਨ ਕਰਕੇ ਤੁਸੀਂ ਪ੍ਰਗਟ ਹੋਏ ਹੋ, ਆਪਣੇ ਆਪੇ ਨੂੰ ਪ੍ਰਗਟ ਕੀਤਾ ਹੈ ਤੁਸੀਂ। ਯਾਦ ਰੱਖਿਓ, ਜਿਸ ਚੀਜ਼ ਦੀ ਅਸੀਂ ਕਲਪਨਾ ਕਰ ਲਵਾਂਗੇ, ਉਹ ਚੀਜ਼ ਸਾਡੇ ਤੋਂ ਛੋਟੀ ਹੋ ਜਾਏਗੀ। ਭਾਵ ਜਿਸ ਚੀਜ਼ ਦੀ ਮਨੁੱਖ ਕਲਪਨਾ ਕਰਦਾ ਹੈ, ਉਸ ਤੱਕ ਪਹੁੰਚਣ ਦੀ ਸਮਰੱਥਾ ਵੀ ਰੱਖਦਾ ਹੈ, ਭਾਵੇਂ ਸਮਾਂ ਜ਼ਿਆਦਾ ਹੀ ਕਿਉਂ ਨਾ ਲੱਗੇ, ਉਸ ਤੱਕ ਪਹੁੰਚ ਵੀ ਸਕਦਾ ਹੈ। ਤੇ ਮਨੁੱਖ ਕਲਪਨਾ ਕਰੇ ਕਿ ਮੈਂ ਇਸ ਅਵਸਥਾ ਤੱਕ ਪਹੁੰਚਣਾ ਹੈ, ਮੈਂ ਸਚਿਆਰ ਬਣਨਾ ਹੈ, ਮੈਂ ਰੱਬੀ ਹੁਕਮ ਚਾਕ ਕੇ ਹੁਕਮੀ ਬਣਨਾ ਹੈ, ਨਿਯਮ ਦੇ ਵਿੱਚ ਆਣਾ ਹੈ, ਜਾਂ ਮੈਂ ਇਮਾਨਦਾਰ ਬਣਨਾ ਹੈ, ਜਾਂ ਮੈਂ ਮਿੱਠਾ ਬੋਲਣਾ ਹੈ, ਜਾਂ ਮੈਂ ਨਿਮਰਤਾ ਧਾਰਨ ਕਰਨੀ ਹੈ। ਕਲਪਨਾ ਕਰੇ ਤੇ ਕਲਪਨਾ ਨੂੰ ਪੂਰਾ ਕਰਨ ਲਈ ਉਦਮ ਵੀ ਕਰੇ। ਜਦੋਂ ਉਦਮ ਕਰੇਗਾ, ਸੱਚ ਉਹਦੇ ਜੀਵਨ ਚੋਂ ਪ੍ਰਗਟ ਹੋ ਜਾਏਗਾ। ਉਦਮ ਕਰੇਗਾ ਤੇ ਨਿਮਰਤਾ ਉਹਦੇ ਜੀਵਨ ਚੋਂ ਪ੍ਰਗਟ ਹੋ ਜਾਏਗੀ। ਉਦਮ ਕਰੇਗਾ ਤੇ ਉਹ ਮਿੱਠਾ ਬੋਲਣ ਲੱਗ ਜਾਏਗਾ। ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਫਿਰ ਉਹ ਸੈਵੰਗ ਹੋ ਜਾਏਗਾ, ਆਪਣੇ ਆਪ ਪ੍ਰਗਟ ਹੋਏਗਾ, ਆਪਣੇ ਪੈਰਾਂ ਤੇ ਆਪ ਖੜਾ ਹੋਏਗਾ, ਆਪਣੇ ਸਹਾਰੇ ਆਪ ਖੜਾ ਹੋਏਗਾ, ਕਿਸੇ ਦੂਜੇ ਦੇ ਸਹਾਰੇ ਨਹੀਂ ਰਹੇਗਾ। ਉਹ ਉਦਮ ਕਰੇਗਾ। ਜਿੰਨਾ ਵੀ ਤੁਸੀਂ ਉਦਮ ਕਰੋਗੇ, ਉਨੀ ਦਾਤ ਮਿਲ ਜਾਏਗੀ। ਪਰ ਅਸੀਂ ਕਰਦੇ ਹਾਂ ਕੰਪੀਟੀਸ਼ਨ, ਅਸੀਂ ਕਰਦੇ ਹਾਂ ਦੂਜੇ ਨਾਲ ਮੁਕਾਬਲਾ ਕਿ ਮੈਂ ਦੂਜੇ ਨੂੰ ਪਿੱਛੇ ਕੱਟਣਾ ਹੈ। ਉਹ ਵਾਲਾ ਉਦਮ ਮੈਲਾ ਉਦਮ ਹੋ ਜਾਂਦਾ ਹੈ। ਉਹ ਸੰਭਵ ਹੀ ਨਹੀਂ ਰਹਿੰਦਾ। ਆਪਣੇ ਪੈਰਾਂ ਤੇ ਨਹੀਂ ਖੜਾ, ਫਿਰ ਉਹ ਦੂਜੇ ਦੇ ਪੈਰਾਂ ਤੇ ਖੜਾ ਹੋ ਜਾਂਦਾ ਹੈ। ਦੂਜੇ ਨੂੰ ਕੱਟਣਾ ਹੈ। ਉਦਾਹਰਨ ਦੇ ਤੌਰ ਤੇ ਮੈਂ 80% ਨੰਬਰ ਲਏ, ਉਹਦੇ 90% ਨੰਬਰ ਨੇ। ਹੁਣ ਮੈਨੂੰ ਕੱਟਣਾ ਹੈ, ਉਹਦਾ ਰਿਕਾਰਡ ਤੋੜਨਾ। ਮੈਂ 90% ਤੋਂ ਉੱਪਰ ਨੰਬਰ ਲੈ ਕੇ ਦਿਖਾਣੇ ਨੇ। ਹੁਣ ਇਹ ਸਿੱਧੀ ਸਿੱਧੀ ਈਰਖਾ ਹੈ ਕਿ ਉਸੇ ਨੂੰ ਹੀ ਕਿਉਂ ਕੱਟਣਾ ਹੈ। ਇਹਦਾ ਮਤਲਬ ਉਹਦੇ ਨਾਲ ਈਰਖਾ ਨਾ, ਉਹਨੂੰ ਪਿੱਛੇ ਕਰਨਾ, ਮੈਂ ਉਹਦਾ ਰਿਕਾਰਡ ਤੋੜਨਾ। ਮੈਂ ਇਹ ਨਹੀਂ ਕਹਿੰਦਾ ਰਿਕਾਰਡ ਨਹੀਂ ਤੋੜਨਾ ਚਾਹੀਦਾ, ਕਿ ਰਿਕਾਰਡ ਨਹੀਂ ਤੋੜਾਂਗੇ ਤੇ ਵਿਕਾਸ ਕਿਵੇਂ ਹੋਏਗਾ। ਰਿਕਾਰਡ ਤੋੜੋ, ਪਰ ਉਹਦਾ ਤੋੜਨ ਦੀ ਬਜਾਏ ਆਪਣਾ ਰਿਕਾਰਡ ਤੋੜ ਲਓ। ਤੁਸੀਂ 90% ਲੈ ਲਓਗੇ, ਹੋ ਸਕਦਾ ਉਹਦੇ 95 ਆ ਜਾਣ ਨੰਬਰ। ਹਾਂ, ਮੇਰੇ 80% ਨੰਬਰ ਨੇ, ਮੈਂ ਆਪਣਾ ਰਿਕਾਰਡ ਆਪ ਤੋੜਾਂ, ਮੈਂ 85 ਕਰਾਂ, ਫਿਰ 85 ਦਾ ਰਿਕਾਰਡ ਤੋੜ ਕੇ 90 ਕਰਾਂ। ਮੈਂ ਆਪਣੇ ਆਪੇ ਦਾ ਰਿਕਾਰਡ ਤੋੜਾਂ। ਇਹਦੇ ਨਾਲ ਕੀ ਹੋਏਗਾ? ਦੂਜੇ ਦੇ ਪ੍ਰਤੀ ਈਰਖਾ ਵੀ ਮੇਰੇ ਚ ਨਹੀਂ ਹੋਏਗੀ ਤੇ ਮੇਰਾ ਵਿਕਾਸ ਵੀ ਹੋਏਗਾ। ਮੈਂ ਪ੍ਰਗਟ ਹੋਵਾਂ, ਆਪਣੇ ਸਾਰੇ ਆਪ ਆਪਣੇ ਪੈਰਾਂ ਤੇ ਖਲੋ ਕੇ ਪ੍ਰਗਟ ਹੋਵਾਂ। ਉਦਮ ਕਰਕੇ ਕੋਈ ਵੀ ਪ੍ਰਗਟ ਹੋ ਸਕਦਾ ਹੈ, ਸੰਭਵ ਹੋ ਸਕਦਾ ਹੈ, ਸੰਭਵਯੋ ਹੋ ਸਕਦਾ ਹੈ। ਸੈਭੰਗ ਹੋਣਾ, ਆਪਣੇ ਸਾਰੇ ਆਪ ਖਲੋਣਾ, ਆਪ ਆਪਣੇ ਆਪੇ ਚੋਂ ਪ੍ਰਗਟ ਹੋਣਾ, ਨਾ ਕਿ ਕਿਸੇ ਦੇ ਦੂਜੇ ਦੇ ਸਾਰੇ। ਉਹ ਰਿਕਾਰਡ ਹਰ ਇੱਕ ਨੂੰ ਤੋੜਨਾ ਚਾਹੀਦਾ, ਉਦਮ ਹਰ ਇੱਕ ਨੂੰ ਕਰਨਾ ਚਾਹੀਦਾ ਹੈ। ਹੁਣ ਤੁਸੀਂ ਕਹੋ ਵੀ ਅਸੀਂ ਤੇ ਜੀ 50-60 ਸਾਲ ਦੀ ਉਮਰ ਹੋ ਗਈ, 70-80 ਸਾਲ ਦੀ, ਹੁਣ ਅਸੀਂ ਕੀ ਕਰ ਸਕਦੇ ਹਾਂ? ਕਰ ਸਕਦੇ ਹੋ, ਅਜੇ ਵੀ ਰਿਕਾਰਡ ਤੋੜ ਸਕਦੇ ਹੋ। ਆਪਣੇ ਰਿਕਾਰਡ ਤੋੜੋ।
ਜਿੰਨਾ ਮਿੱਠਾ ਮੈਂ ਅੱਜ ਬੋਲ ਰਿਹਾ, ਮੈਂ ਹੋਰ ਉਦਮ ਕਰਾਂ, ਕੱਲ ਇਸ ਤੋਂ ਜ਼ਿਆਦਾ ਮਿੱਠਾ ਬੋਲਾਂ, ਆਪਣਾ ਰਿਕਾਰਡ ਆਪ ਤੋੜ ਦਿਆਂ। ਜਿੰਨੀ ਨਿਮਰਤਾ ਅੱਜ ਮੇਰੇ ਚ, ਕੱਲ ਨੂੰ ਇਸ ਤੋਂ ਜ਼ਿਆਦਾ ਹੋ ਜਾਏ। ਹੋਰ ਨਹੀਂ, ਜਿੱਦਾਂ ਦੀ ਸੋਹਣੀ ਸਬਜ਼ੀ ਮੈਂ ਅੱਜ ਬਣਾ ਰਿਹਾ, ਕੱਲ ਨੂੰ ਉਸ ਤੋਂ ਵਧੀਆ ਸੋਹਣੀ ਸਬਜ਼ੀ ਬਣਾਵਾਂ, ਆਪਣਾ ਰਿਕਾਰਡ ਆਪ ਤੋੜਾਂ। ਪਰਸੋਂ ਇਦਾਂ ਦੀ ਬਣਾਵਾਂ ਵੀ 5 ਸਟਾਰ ਵਰਗੀ ਸਬਜ਼ੀ ਹੋਵੇ। ਕੁਝ ਵਿਕਾਸ ਤੇ ਕਰਾਂ ਆਪਣੇ ਆਪ ਚ, ਕੁਝ ਆਪਣੇ ਆਪ ਨੂੰ ਵਧਾਵਾਂ ਤੇ ਸਹੀ, ਆਪਣੇ ਗੁਣ ਅੰਦਰ ਵਿਕਸਿਤ ਕਰਾਂ। ਸਫਾਈ ਕਰਦਾ ਵਾਂ ਤੇ ਕੱਲ ਨੂੰ ਇਸ ਤੋਂ ਜ਼ਿਆਦਾ ਸਫਾਈ ਕਰਾਂ, ਆਪਣਾ ਰਿਕਾਰਡ ਆਪ ਤੋੜਾਂ। ਬੱਚਿਆਂ ਨੂੰ ਪੰਜਾਬੀ ਸਿਖਾ ਦਿਆਂ, ਰਿਕਾਰਡ ਤੋੜਾਂ ਕਿ ਮੈਂ ਰਿਕਾਰਡ ਤੋੜਨਾ ਚਾਹੁੰਦਾ, ਮੈਂ ਕੁਝ ਵਿਕਾਸ ਕਰਨਾ ਚਾਹੁੰਦਾ, ਮੈਂ ਬੱਚਿਆਂ ਨੂੰ, ਆਪਣੇ ਪੋਤਿਆਂ ਨੂੰ, ਪੋਤੀਆਂ ਨੂੰ, ਦੋਤਿਆਂ ਨੂੰ ਪੰਜਾਬੀ ਸਿਖਾਵਾਂਗਾ। ਹੁਣ ਉਹ ਤਾਂ ਕਹਿਣਾ ਨਹੀਂ ਮੰਨਦੇ ਜੀ, ਬੱਚੇ ਤੇ ਗੱਲ ਮੰਨਦੇ ਨਹੀਂ, ਕਿਵੇਂ ਸਿਖਾਈਏ ਪੰਜਾਬੀ? ਹੁਣ ਡੰਡਾ ਚੁੱਕ ਲਈਏ? ਨਹੀਂ, ਝਿੜਕਾਂ ਨਾਲ ਨਹੀਂ, ਮੈਂ ਰਿਕਾਰਡ ਤੋੜਾਂ, ਆਪਣਾ ਸੁਭਾਅ ਇੰਨਾ ਬਦਲ ਲਵਾਂ, ਇੰਨਾ ਸੋਹਣਾ ਕਰ ਲਵਾਂ, ਮੈਂ ਆਪਣਾ ਸੁਭਾਅ ਬਦਲ ਕੇ, ਵਿਹਾਰ ਬਦਲ ਕੇ ਬੱਚਿਆਂ ਨੂੰ ਪਿਆਰ ਨਾਲ ਪੰਜਾਬੀ ਸਿਖਾਵਾਂ, ਉਹਨਾਂ ਦਾ ਮਨ ਜਿੱਤ ਕੇ ਉਹਨਾਂ ਨੂੰ ਪੰਜਾਬੀ ਸਿਖਾਵਾਂ। ਕਿਉਂ ਨਹੀਂ ਹੋ ਸਕਦਾ? ਇਹਨੂੰ ਕਹਿੰਦੇ ਨੇ ਸੰਭਵ ਹੋ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਕੁਝ ਹੀ ਕੀਤਾ, ਉਸ ਜ਼ਮਾਨੇ ਦੇ ਲੋਕਾਂ ਨੂੰ ਸੱਚ ਦਿੱਤਾ, ਔਰ ਪਿਆਰ ਨਾਲ ਸੱਚ ਦਿੱਤਾ, ਨਿਮਰਤਾ ਨਾਲ ਸੱਚ ਦਿੱਤਾ, ਮਿੱਠੀ ਬਾਣੀ ਉਚਾਰੀ, ਠੰਡ ਦੁਨੀਆ ਨੂੰ ਵੰਡੀ, ਕਲ ਤਾਤੀ ਠੰਡਾ ਹਰ ਨਾਉ, ਸੁਖਮਨੀ ਸਾਹਿਬ ਠੰਡ ਦੁਨੀਆ ਦੀ ਝੋਲੀ ਚ ਪਾਈ, ਦੁਨੀਆ ਨੂੰ ਖਜ਼ਾਨਾ ਦਿੱਤਾ। ਔਰ 30 ਰਾਗ ਨੇ ਗੁਰੂ ਗ੍ਰੰਥ ਸਾਹਿਬ ਚ, 30 ਦੇ 30 ਰਾਗਾਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਾਣੀ ਉਚਾਰੀ। ਪੰਚਮ ਪਾਤਸ਼ਾਹ ਦੇ ਸਮੇਂ ਤੱਕ ਦੀ ਗੱਲ ਕਰ ਰਿਹਾ। 9ਵੇਂ ਪਾਤਸ਼ਾਹ ਨੇ ਇੱਕ ਨਵਾਂ ਰਾਗ ਬਣਾਇਆ ਸੀ, ਜੈਜਾਵੰਤੀ 31ਵਾਂ, ਉਹ ਬਾਅਦ ਦੀ ਗੱਲ ਹੈ। ਸਾਰੇ ਰਾਗਾਂ ਚ ਬਾਣੀ ਉਚਾਰ ਕੇ ਦਿਖਾਈ। ਪ੍ਰਗਟ ਹੋਏ ਨਾ, 30 ਰਾਗਾਂ ਵਿੱਚੋਂ ਪ੍ਰਗਟ ਹੋਏ, ਉਦਮ ਕੀਤਾ ਉਹਨਾਂ ਨੇ, ਉਦਮ ਕਰਕੇ ਪ੍ਰਗਟ ਹੋਏ। ਇਹਨੂੰ ਕਹਿੰਦੇ ਨੇ ਸੰਭਵਯ ਹੋਣਾ, ਆਪਣੇ ਪੈਰਾਂ ਤੇ ਆਪ ਖਲੋਣਾ, ਕਿਸੇ ਦੂਜੇ ਦਾ ਹੱਕ ਨਾ ਮਾਰਨਾ, ਆਪਣੇ ਹੱਕ ਦੀ ਕਮਾਈ ਕਰ ਲੈ ਕੇ ਆਣੀ, ਇਹ ਹੈ ਸੰਭਵਯ। ਸੈਭੰਗ ਹੋਣਾ, ਆਪਣੇ ਪੈਰਾਂ ਤੇ ਆਪ ਖਲੋਣਾ, ਕਿਸੇ ਗਰੀਬ ਦਾ ਹੱਕ ਮਾਰ ਕੇ ਨਾ ਲੈ ਕੇ ਆਣਾ। ਜਿਵੇਂ ਮਾਨੋ ਕਿਸੇ ਦੀ ਤਨਖਾਹ ਤੇ ਹੋਵੇ 3000, ਘਰ ਵਿੱਚ ਆਂਦਾ ਹੋਵੇ 5000 ਪਾਉਂਡ, ਇਹਦਾ ਮਤਲਬ ਸੈਭੰਗ ਦਾ ਪਾਠ ਉਹ ਕਰਦਾ, ਪਰ ਸੈਭੰਗ ਬਣਿਆ ਨਹੀਂ ਹੈ, ਕਿਸੇ ਦੂਜੇ ਦਾ ਹੱਕ ਮਾਰ ਕੇ ਕਰ ਲੈ ਕੇ ਆ ਰਿਹਾ ਹੈ। 2000 ਪਾਉਂਡ ਕਿਸੇ ਹੋਰ ਦੇ ਸਨ ਜਿਹੜੇ ਉਹ ਲੈ ਕੇ ਆ ਰਹੇ ਆ, ਉਹ ਸੈਭੰਗ ਨਹੀਂ ਹੈ, ਆਪਣੇ ਹੱਕ ਦੀ ਕਮਾਈ ਲੈ ਕੇ ਆਏ। ਜਿਨ੍ਹਾਂ ਦੇਸ਼ਾਂ ਦੇ ਵਿੱਚ ਡਿਸੇਬਲ ਲੋਕਾਂ ਨੂੰ ਬੈਨੀਫਿਟ ਮਿਲਦੇ ਨੇ ਤੇ ਝੂਠ ਬੋਲ ਕੇ ਇਹ ਬੈਨੀਫਿਟ ਲੈ ਲੈਂਦਾ ਹੈ ਕਿ ਮੇਰੇ ਕੋਲ ਡਿਸੇਬਲ ਬੈਜ ਮਿਲ ਜਾਏ, ਮੈਂ ਜਿੱਥੇ ਮਰਜ਼ੀ ਗੱਡੀ ਪਾਰਕ ਕਰ ਲਵਾਂ। ਹੁਣ ਆ ਜਿਹੜਾ ਬੈਜ ਝੂਠ ਬੋਲ ਕੇ ਲੈ ਰਿਹਾ ਹੈ, ਇਹ ਉਹਨੂੰ ਮਿਲਣਾ ਚਾਹੀਦਾ ਸੀ ਜਿਹੜਾ ਸੱਚਮੁੱਚ ਅਪਾਹਜ ਹੈ ਆਦਮੀ, ਪਰ ਉਹਦਾ ਹੱਕ ਇਹ ਮਾਰ ਕੇ ਕਰ ਲੈ ਕੇ ਆ ਰਿਹਾ। ਸੈਭੰਗ ਨਹੀਂ ਹੈ ਇਹ, ਬੈਕ ਪ੍ਰੋਬਲਮ ਨਹੀਂ ਹੈ, ਪਰ ਗਵਰਨਮੈਂਟ ਨੂੰ ਝੂਠ ਬੋਲ ਕੇ ਪੈਸੇ ਲੈ ਰਿਹਾ, ਬੈਨੀਫਿਟ ਲੈ ਰਿਹਾ ਕਿ ਮੇਰਾ ਤਾਂ ਜੀ ਮੇਰੀ ਪਿੱਠ ਦਰਦ ਕਰਦੀ, ਮੈਂ ਕੰਮ ਨਹੀਂ ਕਰ ਸਕਦਾ, ਦਿਖਾਵੇ ਵਜੋਂ ਝੂਠੀ ਜੀ ਸੋਟੀ ਨਾਲ ਚੁੱਕੀ ਫਿਰਦਾ ਹੈ। ਸੈਭੰਗ ਮੈਨੇ ਆਪਣੇ ਆਪ ਤੋਂ ਪ੍ਰਕਾਸ਼, ਆਪਣੇ ਆਪੇ ਤੋਂ ਪ੍ਰਗਟ ਹੋਣਾ, ਆਪਣੇ ਸਾਰੇ ਆਪ ਖਲੋਣਾ, ਉਦਮ ਕਰਨਾ, ਉਦਮ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ। हे ਗੁਰੂ ਅਰਜਨ ਦੇਵ ਪਾਤਸ਼ਾਹ, ਸੱਚਮੁੱਚ ਤੁਸੀਂ ਸੰਭਵਯ ਹੋ, ਆਪਣੇ ਆਪ ਤੋਂ ਤੁਸੀਂ ਪ੍ਰਗਟ ਹੋ, ਤੁਹਾਡੇ ਉਦਮ ਨੇ ਤੁਹਾਨੂੰ ਦੁਨੀਆ 'ਚ ਪ੍ਰਗਟ ਕਰ ਦਿੱਤਾ। ਜੋ ਰੱਬੀ ਗੁਣ ਧਾਰਨ ਕਰਕੇ ਤੁਸੀਂ ਪ੍ਰੈਕਟੀਕਲ ਕੀਤੇ, ਉਹਨਾਂ ਰੱਬੀ ਗੁਣਾਂ ਨੇ ਤੁਹਾਨੂੰ ਦੁਨੀਆ ਵਿੱਚ ਰੱਬ ਦਾ ਰੂਪ ਬਣਾ ਦਿੱਤਾ। ਅਜੋਨੀ ਸੰਭਵਿਓ ਸੁਜਸ ਕੱਲਿਆ ਕਵੀਣ ਬਖਾਣਿਓ। ਕੱਲ ਆਦਿਕ ਕਵੀਆਂ ਨੇ, ਭਾਵ ਮੇਰੇ ਵਰਗੇ ਕਲ ਸਹਾਰ ਭੱਟ ਕਵੀਆਂ ਵਰਗਿਆਂ ਨੇ ਤੁਹਾਡਾ ਜਸ ਗਾਇਆ ਹੈ, ਇਸੇ ਕਰਕੇ ਤੁਹਾਡੀ ਸਿਫਤ ਕੀਤੀ ਹੈ, ਕਿਉਂਕਿ ਤੁਹਾਡੇ 'ਚ ਗੁਣ ਦੇਖੇ ਸਨ। ਨਹੀਂ ਤੇ ਸੈਂਕੜੇ ਸਾਲ ਬਾਅਦ ਵੀ ਕੌਣ ਕਿਸੇ ਦੀ ਸਿਫਤ ਕਰਦਾ? ਗੁਰੂ ਅਰਜਨ ਦੇਵ ਪਾਤਸ਼ਾਹ 'ਚ ਗੁਣ ਸਨ ਨਾ, ਜਗਤ ਤੇ ਆਏ, ਉਹਨਾਂ ਨੇ ਗੁਣਾਂ ਨੂੰ ਕਮਾਇਆ, ਗੁਣਾਂ ਨੂੰ ਧਾਰਨ ਕੀਤਾ, ਔਰ ਕੇਵਲ ਨਾ ਆਪ ਗੁਣ ਧਾਰਨ ਕੀਤੇ, ਦੁਨੀਆ ਨੂੰ ਵੀ ਗੁਣ ਵੰਡੇ। ਅੱਜ ਦੁਨੀਆ ਉਹਨਾਂ ਦਾ ਜਸ ਗਾ ਰਹੀ ਹੈ, ਕੁਝ ਦੇ ਕੇ ਗਏ ਨੇ ਸਮਾਜ ਨੂੰ, ਸਮਾਜ ਲਈ ਕੁਝ ਕਰਕੇ ਗਏ ਨੇ। ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਖਾਤਰ ਸ਼ਹਾਦਤ ਦੇ ਕੇ ਗਏ ਨੇ, ਆਪਣੇ ਸਰੀਰ ਨੂੰ ਅੱਗ 'ਚ ਸੜਵਾ ਕੇ ਵੀ ਸਾਡੀ ਝੋਲੀ ਵਿੱਚ ਇੱਕ ਮਹਾਨ ਗਿਆਨ ਦਾ ਗ੍ਰੰਥ ਪਾ ਕੇ ਚਲੇ ਗਏ, ਤਾਂ ਕਿ ਲੋਕ ਭਟਕ ਨਾ ਜਾਣ, ਇਸ ਗ੍ਰੰਥ ਤੋਂ ਅਗਵਾਈ ਲੈ ਲੈਣ। ਇੱਕ ਸੈਂਟਰ ਥਾਪ ਕੇ ਗਏ ਦਰਬਾਰ ਸਾਹਿਬ, ਕਿਸੇ ਕਿੱਧਰ ਉਧਰ ਡੇਰਿਆਂ 'ਚ ਭਟਕ ਨਾ ਜਾਏ, ਆਪਣੇ ਧੁਰੇ ਨਾਲ ਜੁੜ ਕੇ ਉੱਥੋਂ ਗਿਆਨ ਲੈਂਦਾ ਰਵੇ। ਅਜੋਨੀ ਸੰਭਵਿਓ ਸੁਜਸ ਕੱਲਿਆ ਕਵੀਣ ਬਖਾਣਿਓ। ਭੱਟ ਕਲ ਵਰਗੀਆਂ ਕਵੀਆਂ ਨੇ ਉਸ ਗੁਰੂ ਦਾ ਜਸ ਉਚਾਰਿਆ ਹੈ। ਗੁਰੂ ਨਾਨਕ ਅੰਗਦ ਵਰਿਓ, ਗੁਰ ਅੰਗਦ ਅਮਰ ਨਿਧਾਨ। ਗੁਰੂ ਨਾਨਕ, ਇੱਥੇ ਨਾਨਕ ਦੇ ਕੱਕੇ ਨੂੰ ਆ ਗਈ ਸਿਆਰੀ, ਭਾਵ ਨਾਨਕ ਨੇ,
ਤੇ ਗੁਰ ਉਹਨਾਂ ਦਾ ਵਿਸ਼ੇਸ਼ਣ ਹੈ, ਇਸ ਕਰਕੇ ਸੁਭਾਵਕ ਗੁਰ ਦੇ ਵੀ ਰਾਰੇ ਨੂੰ ਸਿਆਰੀ ਆ ਜਾਏਗੀ। ਗੁਰੂ ਨਾਨਕ ਨੇ, ਗੁਰੂ ਨੇ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਨੇ, ਇੱਥੇ ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਚੱਲ ਰਿਹਾ ਹੈ। ਅੰਗਦ ਵਰਿਓ, ਹੱਥ ਲਿਖਤ ਬੀੜਾਂ ਦੇ ਵਿੱਚ ਅੰਗਦ ਦੇ ਦੱਦੇ ਨੂੰ ਔਂਕੜ ਨਹੀਂ ਮਿਲਦੀ, ਭਾਵ ਅੰਗਦ ਨੂੰ ਵਰਿਓ, ਵਰਿਓ ਮੈਨੇ ਵਰ ਦਿੱਤਾ, ਨੂੰ ਲੁਪਤ ਸੰਬੰਧਕ ਹੋਣ ਕਰਕੇ ਔਂਕੜ ਨਹੀਂ ਚਾਹੀਦੀ। ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਵਰ ਦਿੱਤਾ, ਅਸੀਸ ਦਿੱਤੀ, ਗੁਣ ਦਿੱਤੇ, ਗਿਆਨ ਦਿੱਤਾ, ਰੱਬ ਦਿੱਤਾ। ਵਰ ਦੇਣ ਦਾ ਮਤਲਬ ਗੁਰੂ ਨੇ ਆਪਣਾ ਗਿਆਨ ਦਾ ਖਜ਼ਾਨਾ ਗੁਰੂ ਅੰਗਦ ਦੇ ਪਾਤਸ਼ਾਹ ਦੀ ਝੋਲੀ 'ਚ ਪਾ ਦਿੱਤਾ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਵਰ ਦਿੱਤਾ, ਨਾਮ ਦਾ, ਗੁਣਾਂ ਦਾ ਖਜ਼ਾਨਾ ਦਿੱਤਾ। ਗੁਰੂ ਨਾਨਕ ਅੰਗਦ ਵਰਿਓ। ਹੁਣ ਅਗਲੀ ਵਾਰੀ ਆ ਗਈ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ, ਉਹਨਾਂ ਨੇ ਕੀ ਕੀਤਾ? ਗੁਰ ਅੰਗਦ ਅਮਰ ਨਿਧਾਨ। ਹੁਣ ਇੱਥੇ ਅਮਰ ਗੁਰੂ ਅਮਰਦਾਸ ਪਾਤਸ਼ਾਹ ਵਾਸਤੇ ਹੈ ਤੇ ਰਾਰੇ ਨੂੰ ਔਂਕੜ ਨਹੀਂ ਆਈ। ਅੰਗਦ ਦੇ ਦੱਦੇ ਨੂੰ ਸਿਆਰੀ ਹੈ, ਅੰਗਦ ਨੇ, ਉਹਨਾਂ ਦਾ ਵਿਸ਼ੇਸ਼ਣ ਹੈ ਉਹ ਗੁਰੂ ਨੇ, ਇਸ ਕਰਕੇ ਗੁਰੂ ਨੇ, ਗੁਰ ਦੇ ਵੀ ਰਾਰੇ ਨੂੰ ਸਿਆਰੀ ਆ ਗਈ। ਗੁਰੂ ਅੰਗਦ ਦੇ ਪਾਤਸ਼ਾਹ ਨੇ ਕੀ ਕੀਤਾ? ਅਮਰ ਨਿਧਾਨ, ਗੁਰੂ ਅਮਰਦਾਸ ਸਾਹਿਬ ਨੂੰ ਖਜ਼ਾਨਾ ਅੱਗੇ ਦੇ ਦਿੱਤਾ। ਜਿਹੜਾ ਖਜ਼ਾਨਾ ਬਾਣੀ ਦਾ, ਨਾਮ ਦਾ, ਗਿਆਨ ਦਾ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਦਿੱਤਾ, ਉਹ ਗੁਰੂ ਅੰਗਦ ਦੇ ਪਾਤਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਨੂੰ ਦੇ ਦਿੱਤਾ। ਇਸੇ ਤਰ੍ਹਾਂ ਗੁਰੂ ਰਾਮਦਾਸ ਅਰਜਨ ਵਰਿਓ। ਗੁਰੂ ਰਾਮਦਾਸ, ਇੱਥੇ ਹੱਥ ਲਿਖਤ ਬੀੜਾਂ ਦੇ ਵਿੱਚ ਰਾਮਦਾਸ ਦੇ ਵੀ ਸੱਸੇ ਨੂੰ ਸਿਆਰੀ ਹੈ। ਰਾਮਦਾਸ ਨੇ, ਜਿਵੇਂ ਗੁਰੂ ਨਾਨਕ, ਜਿਵੇਂ ਗੁਰੂ ਅੰਗਦ, ਉਦਾਂ ਹੀ ਗੁਰੂ ਰਾਮਦਾਸ ਵੀ ਹੈ, ਰਾਰੇ ਨੂੰ ਸਿਆਰੀ ਨਾਲ ਹੈ ਹੱਥ ਲਿਖਤ ਬੀੜਾਂ ਵਿੱਚ। ਤੇ ਉਹਨਾਂ ਦਾ ਵਿਸ਼ੇਸ਼ਣ ਗੁਰ ਵੀ ਰਾਰੇ ਨੂੰ ਸਿਆਰੀ। ਗੁਰੂ ਰਾਮਦਾਸ ਸਾਹਿਬ ਜੀ ਨੇ ਅਰਜੁਨ ਵਰਿਓ, ਤੇ ਅਰਜੁਨ ਦੇ ਇੱਥੇ ਨੰਨੇ ਨੂੰ ਔਂਕੜ ਨਹੀਂ ਚਾਹੀਦੀ, ਕਿਉਂਕਿ ਇੱਥੇ ਵੀ ਲੁਪਤ ਸੰਬੰਧਕ ਹੈ ਨੂੰ। ਜਿਵੇਂ ਅੰਗਦ ਵਰਿਓ ਉਦਾਂ ਹੀ ਅਰਜੁਨ ਵਰਿਓ, ਭਾਵ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਵਰ ਦਿੱਤਾ। ਹੁਣ ਗੁਰੂ ਰਾਮਦਾਸ ਪਾਤਸ਼ਾਹ ਨੇ ਉਹ ਬਾਣੀ ਦਾ ਖਜ਼ਾਨਾ ਜਿਹੜਾ ਇੱਕ ਵਰ ਹੈ, ਵਰ ਮੈਨੇ ਬਖਸ਼ਿਸ਼, ਵਰ ਮੈਨੇ ਤੋਹਫਾ, ਵਰ ਮੈਨੇ ਕੀਮਤੀ ਭੇਟਾ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹ ਬਾਣੀ ਦੇ ਖਜ਼ਾਨੇ ਦੀ ਭੇਟਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਦੇ ਦਿੱਤੀ। ਗੁਰੂ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪ੍ਰਮਾਣ। ਪਾਰਸ ਇੱਕ ਪੱਥਰ ਮੰਨਿਆ ਗਿਆ ਪੁਰਾਣਿਕ ਕਥਾਵਾਂ ਦੇ ਵਿੱਚ, ਇਹੋ ਜਿਹਾ ਪੱਥਰ ਜਿਹੜਾ ਲੋਹੇ ਨੂੰ ਛੂਹੇ ਤੋਂ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ। ਤੇ ਪ੍ਰਮਾਣ ਦਾ ਅਰਥ ਹੈ ਵਰਗਾ। ਪਾਰਸ ਪ੍ਰਮਾਣ ਮੈਨੇ ਪਾਰਸ ਵਰਗਾ। ਹੁਣ ਐਸਾ ਪਾਰਸ ਜਿਹੜਾ ਪੁਰਾਣਿਕ ਕਥਾਵਾਂ 'ਚ ਮੰਨਿਆ ਜਾਂਦਾ ਹੈ, ਇਸ ਯਥਾਰਥ ਦੁਨੀਆ ਦੇ ਵਿੱਚ ਨਹੀਂ ਹੈ। ਪਰ ਭੱਟ ਆਖਦੇ ਨੇ ਕਿ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਪਾਰਸ ਨੇ ਸਾਡੇ ਲਈ। ਸਾਡੇ ਲਈ ਪਾਰਸ ਸਾਡਾ ਗੁਰੂ ਹੈ। ਉਹ ਪੱਥਰ ਹੋਵੇ ਨਾ ਹੋਵੇ ਦੁਨੀਆ ਤੇ, ਪਰ ਗੁਰ ਪਾਰਸ ਹਮ ਲੋ ਮਿਲ ਕੰਚਨ ਹੁਆ ਰਾਮ। ਮੇਰਾ ਗੁਰੂ ਪਾਰਸ ਹੈ, ਅਸੀਂ ਲੋਹੇ ਆ ਤੇ ਉਸ ਗੁਰੂ ਨੂੰ ਛੂ ਕੇ ਅਸੀਂ ਸੋਨਾ ਹੋ ਗਏ, ਸਾਡਾ ਜੀਵਨ ਕੀਮਤੀ ਬਣ ਗਿਆ। ਪਾਰਸ ਪ੍ਰਮਾਣ ਮੈਨੇ ਪਾਰਸ ਵਰਗਾ, ਤੇ ਪਰਸ ਮੈਨੇ ਛੂਣਾ, ਭਾਵ ਗੁਰੂ ਰਾਮਦਾਸ ਪਾਤਸ਼ਾਹ ਦੀ ਛੂ ਪਾਰਸ ਵਰਗੀ ਹੈ ਤੇ ਉਹਨਾਂ ਦੀ ਛੂ ਪ੍ਰਾਪਤ ਹੋ ਗਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ। ਗੁਰੂ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪ੍ਰਮਾਣ, ਪਾਰਸ ਵਰਗੀ ਛੋ ਪ੍ਰਾਪਤ ਹੋ ਗਈ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ। ਤੇ ਛੋ ਨੇ ਕੀ ਕੀਤਾ? ਪਾਰਸ ਵਰਗਾ ਕਰ ਦਿੱਤਾ। ਗੁਰੂ ਪਾਰਸ ਸੀ, ਪਾਰਸ ਵਰਗਾ ਪਰਸ ਸਪਰਸ਼ ਕਰ ਦਿੱਤਾ। ਗੁਰੂ ਪਾਰਸ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਛੋ ਕੇ ਉਹਨਾਂ ਨੂੰ ਵੀ ਪਾਰਸ ਬਣਾ ਦਿੱਤਾ। ਪੁਰਾਣਿਕ ਕਥਾਵਾਂ ਦਾ ਪਾਰਸ ਲੋਹੇ ਨੂੰ ਸੋਨਾ ਕਰ ਸਕਦਾ ਹੈ, ਪਾਰਸ ਨਹੀਂ ਕਰ ਸਕਦਾ ਕਿ ਉਹ ਦੂਜੇ ਲੋਹੇ ਨੂੰ ਵੀ ਸੋਨਾ ਬਣਾ ਸਕੇ। ਪਰ ਗੁਰੂ ਉਹ ਪਾਰਸ ਹੈ, ਜਦੋਂ ਗੁਰੂ ਛੋ ਲੈਂਦਾ ਨਾ ਸਿੱਖ ਨੂੰ, ਤੇ ਸਿੱਖ ਨੂੰ ਛੋ ਕੇ ਆਪਣੇ ਵਰਗਾ ਪਾਰਸ ਗੁਰੂ ਰੂਪ ਕਰ ਦਿੰਦਾ ਹੈ। ਗੁਰੂ ਆਪਣੇ ਵਰਗਾ ਕਰ ਲੈਂਦਾ ਵੀ ਅੱਗੋਂ ਹੁਣ ਤੂੰ ਵੀ ਦੁਨੀਆ ਨੂੰ ਬਦਲ ਸਕਦਾ ਹੈ, ਚੇਂਜ ਕਰ ਸਕਦਾ ਹੈ, ਤੂੰ ਵੀ ਸੰਸਾਰ ਨੂੰ ਤਬਦੀਲ ਕਰ ਸਕਦਾ ਹੈ। ਜਿਵੇਂ ਕਹਿ ਲਓ ਦੀਵਾ, ਹੁਣ ਜਗਦਾ ਹੋਇਆ ਦੀਵਾ ਹੋਵੇ ਨਾ, ਉਹ ਬੁਝੇ ਹੋਏ ਦੀਵੇ ਨਾਲ ਛੋ ਜਾਏ ਤੇ ਬੁਝਿਆ ਦੀਵਾ ਜਗ ਪੈਂਦਾ ਹੈ। ਤੇ ਦੀਵਾ, ਜਗਦਾ ਦੀਵਾ ਬੁਝੇ ਹੋਏ ਦੀਵੇ ਨੂੰ ਸਿਰਫ ਜਗਾਉਂਦਾ ਹੀ ਨਹੀਂ ਹੈ, ਨਾਲ ਇੰਨੀ ਤਾਕਤ ਦੇ ਦਿੰਦਾ ਹੈ ਵੀ ਉਹ ਜਗਦਾ ਦੀਵਾ ਦੂਜੇ ਤੀਜੇ ਦੀਵੇ ਨੂੰ ਵੀ ਜਗਾ ਸਕਦਾ ਹੈ, ਤੀਜਾ ਚੌਥੇ ਦੀਵੇ ਨੂੰ ਜਗਾ ਸਕਦਾ ਹੈ, ਚੌਥਾ ਜਗਦਾ ਦੀਵਾ ਪੰਜਵੇਂ ਬੁਝੇ ਹੋਏ ਨੂੰ ਵੀ ਜਗਾ ਸਕਦਾ ਹੈ। ਦੀਵੇ ਦੀ ਖੂਬੀ ਹੈ।
दीपक ते दीपक प्रगासिया। बस गुरु दीपक है, गुरु दाता गुरु हेवै कर, गुरु दीपक ते लोए। ते गुरु वो दीपक है। देखो इतिहास साडे सामने है। गुरु नानक पातशाह दी छो मिली भाई भगीरथ नूं। गुरु नानक पातशाह ने भाई भगीरथ दे अंदर दा दीवा जगा दिता ते केवल उन्होंने ही ज्ञान नहीं दिता, नाल इन्नी समर्था दे दित्ती भी ये ज्ञान तो अगे भी बन सकदा है, तू दूजे नूं भी दे सकदा है। हुण भाई भगीरथ जगदा दीवा, उन्होंने छो गया भाई मनसुख। भाई भगीरथ ने मनसुख दे अंदर दा ज्ञान दा दीवा बाल दिता, ਉਹਦੇ अंदर शब्द दा दीवा बल गया, सतगुरु शब्द उजारो दीपा। ਹੁਣ ਭਾਈ ਮਨਸੁਖ ਚ ਇੰਨੀ ਤਾਕਤ ਆ ਗਈ, ਜਦੋਂ ਭਾਈ ਮਨਸੁਖ ਵਪਾਰੀ ਵਪਾਰ ਕਰਦਾ ਸਿੰਗਲਾ ਦੀ ਦੇਸ਼ ਚ ਪਹੁੰਚਿਆ, ਉੱਥੇ ਰਾਜੇ ਸ਼ਿਵਨਾਮ ਨੂੰ ਮਿਲਿਆ, ਉਹਨੇ ਰਾਜੇ ਸ਼ਿਵਨਾਮ ਦੇ ਅੰਦਰ ਦਾ ਦੀਵਾ ਜਗਾ ਦਿੱਤਾ। ਰਾਜੇ ਸ਼ਿਵਨਾਮ ਨੂੰ ਭਾਈ ਮਨਸੁਖ ਤੋਂ ਗੁਰੂ ਦਾ ਗਿਆਨ ਮਿਲ ਰਿਹਾ। ਇਹਨੂੰ ਕਹਿੰਦੇ ਨੇ ਦੀਪਕ ਤੇ ਦੀਪਕ ਪ੍ਰਗਾਸਿਆ। ਦੀਵਾ ਦੂਜੇ ਦੀਵੇ ਨੂੰ ਜਗਾ ਕੇ ਨਾਲ ਇੰਨੀ ਤਾਕਤ ਵੀ ਦੇ ਦਿੰਦਾ ਕਿ ਉਹ ਹੋਰ ਵੀ ਕਿਸੇ ਨੂੰ ਜਗਾ ਸਕਦਾ ਹੈ। ਗੁਰੂ ਸਿੱਖ ਨੂੰ ਜਦੋਂ ਗਿਆਨ ਦਿੰਦਾ ਹੈ, ਨਾਲ ਇੰਨੀ ਤਾਕਤ ਦੇ ਦਿੰਦਾ ਵੀ ਇਹ ਗਿਆਨ ਤੋਂ ਅੱਗੋਂ ਵੀ ਵੰਡ ਸਕਦਾ ਹੈ। ਤੇ ਜੇ ਤੂੰ ਅੱਗੋਂ ਵੱਡੇਗਾ ਤੇ ਤੇਰੇ ਚਰਨਾਂ ਦੀ ਧੂੜ ਮੈਨੂੰ ਮਿਲ ਜਾਏ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੇ ਨਾਮ ਜਪਾਵੇ। ਗੁਰੂ ਦੇ ਚਰਨਾਂ ਨੂੰ ਸਿੱਖ ਛੂ ਜਾਏ, ਗੁਰੂ ਉਹਨੂੰ ਗੁਰੂ ਕਰ ਦਿੰਦਾ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ। ਇਸ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਨੇ ਅਰਜਨ ਨੂੰ ਛੋਇਆ, ਪਾਰਸ ਵਰਗਾ ਕਰ ਦਿੱਤਾ। ਆਪ ਪਾਰਸ ਸੀ, ਉਹਨਾਂ ਨੂੰ ਪਾਰਸ ਵਰਗਾ ਕਰ ਦਿੱਤਾ। ਉਹ ਵੀ ਗੁਰੂ ਅਰਜੁਨ ਦੇ ਪਾਤਸ਼ਾਹ ਬਣ ਗਏ। ਗੁਰੂ ਰਾਮਦਾਸ ਅਰਜੁਨ ਬਰਿਓ ਪਾਰਸ ਪਰਸ ਪ੍ਰਮਾਣ। ਪਾਰਸ ਵਰਗੀ ਛੋ ਪ੍ਰਾਪਤ ਹੋ ਗਈ। ਸਦ ਜੀਵਨ ਅਰਜੁਨ ਅਮੋਲ ਅਜੂਨੀ ਸੰਭੋ। ਸਦ ਜੀਵਨ ਮੈਨੇ ਸਦੀਵੀ ਜੀਵਨ, ਹਮੇਸ਼ਾ ਵਾਲਾ ਜੀਵਨ। ਭਾਵ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਉਹ ਜੀਵਨ ਹੈ ਜਿਹੜਾ ਸਦ ਜੀਵਨ ਹੈ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਇੱਕ ਵਾਰ ਮਨੁੱਖ ਸ਼ਬਦ ਦੇ ਮੁਤਾਬਕ ਜ਼ਿੰਦਗੀ ਜੀਉ ਲੈਂਦਾ ਹੈ, ਉਹਨੂੰ ਫਿਰ ਦੁਨੀਆ ਦੀ ਕੋਈ ਤਾਕਤ ਮਾਰ ਨਹੀਂ ਸਕਦੀ। ਸ਼ਬਦ ਮੁਤਾਬਕ ਜੀਣਾ ਮੈਨੇ ਗੁਰੂ ਦੇ ਹੁਕਮਾਂ ਮੁਤਾਬਕ ਜ਼ਿੰਦਗੀ ਜਿਉਣਾ। ਜਿਨ੍ਹਾਂ ਨੇ ਗੁਰੂ ਦੇ ਹੁਕਮਾਂ 'ਚ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ ਦੀ ਜ਼ਿੰਦਗੀ ਨੂੰ ਜੀਵਿਆ, ਸਰੀਰ ਕਰਕੇ ਤੇ ਉਹ ਚਲੇ ਗਏ, ਪਰ ਗੁਣਾ ਕਰਕੇ ਸਦਾ ਦੁਨੀਆ 'ਚ ਰਹਿੰਦੇ ਨੇ। ਅੱਜ ਸਾਰੀ ਦੁਨੀਆ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਾਣਦੀ ਹੈ। ਉਹ ਸਦ ਜੀਵਨ ਹੈ ਉਹਨਾਂ ਦਾ। ਗੁਰੂ ਦੇ ਸ਼ਬਦ ਨੇ, ਗਿਆਨ ਨੇ, ਰੱਬੀ ਗੁਣਾ ਨੇ ਉਹਨਾਂ ਨੂੰ ਸਦੀਵੀ ਅਮਰ ਕਰ ਦਿੱਤਾ। ਸਤ ਜੀਵਨ। ਅੱਜ ਵੀ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ। ਅੱਜ ਵੀ ਸਾਡੇ 'ਚੋਂ ਗੁਰਬਾਣੀ ਰੂਪ ਜਿਉਂਦੇ ਨੇ, ਗੁਣਾ ਰੂਪ ਜਿਉਂਦੇ ਨੇ। ਸਦ ਜੀਵਨ ਅਰਜੁਨ ਅਮੋਲ। ਅਮੋਲ ਮੈਨੇ ਅਮੁੱਲਕ ਨੇ, ਉਹਨਾਂ ਦਾ ਮੁੱਲ ਕੌਣ ਪਾ ਸਕਦਾ ਹੈ? ਜਿਹੜਾ ਅਮਰ ਹੋਵੇ ਉਹਦਾ ਮੁੱਲ ਕੌਣ ਪਾ ਸਕਦਾ ਹੈ? ਉਸ ਸਮੇਂ ਦੇ ਜ਼ਾਲਮ ਤੇ ਚਾਹੁੰਦੇ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਖਤਮ ਕਰ ਦਈਏ। ਉਹਨਾਂ ਨੇ ਪੰਚਮ ਪਾਤਸ਼ਾਹ ਨੂੰ ਉਬਲਦੀ ਦੇਗ 'ਚ ਉਬਾਲਿਆ, ਤੱਤੀ ਤਵੀ ਤੇ ਬਿਠਾ ਕੇ ਸੀਸ ਤੇ ਗਰਮ ਰੇਤ ਦੇ ਕੜਛੇ ਪਾਏ, ਅੱਗ 'ਚ ਸਾੜਿਆ। ਗੁਰੂ ਦਾ ਸਰੀਰ ਤੇ ਸੜ ਗਿਆ, ਪਰ ਗੁਰੂ ਨਹੀਂ ਸੜਿਆ। ਗੁਰੂ ਅਰਜਨ ਦੇਵ ਪਾਤਸ਼ਾਹ ਅੱਜ ਵੀ ਨੇ। ਉਹ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਖਤਮ ਨਾ ਕਰ ਸਕੇ, ਸਰੀਰ ਮੁਕਾ ਦਿੱਤਾ। ਗੁਰੂ ਗੁਰਬਾਣੀ ਰੂਪ ਅੱਜ ਵੀ ਜੁਗ ਜੁਗ ਅਟਲ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਗੁਣਾ ਰੂਪ ਅੱਜ ਵੀ ਜਿਉਂਦੇ ਨੇ। ਦਰਬਾਰ ਸਾਹਿਬ ਜਾਓ, ਗੁਰੂ ਅਰਜਨ ਦੇਵ ਪਾਤਸ਼ਾਹ ਯਾਦ ਆ ਜਾਂਦੇ ਨੇ। ਉਹਨਾਂ ਦੇ ਕਾਰਜ ਦੇਖੋ, ਗੁਰੂ ਅਰਜਨ ਦੇਵ ਪਾਤਸ਼ਾਹ ਯਾਦ ਆ ਜਾਂਦੇ ਨੇ। ਮਹਾਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਦੇਖੋ, ਉਹਦੇ ਵਿੱਚੋਂ ਗੁਰੂ ਅਰਜਨ ਦੇਵ ਪਾਤਸ਼ਾਹ ਯਾਦ ਆ ਜਾਂਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਧਰਮ ਦੇ ਕੇਂਦਰ ਸਥਾਨ ਦੇ ਰੂਪ ਦੇ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਅੱਜ ਵੀ ਜਿਉਂਦੇ ਨੇ। ਇਹ ਸਦ ਜੀਵਨ ਹੈ, ਦੁਸ਼ਮਣ ਨਹੀਂ ਮੁਕਾ ਸਕਿਆ। ਸਦ ਜੀਵਨ ਅਰਜੁਨ ਅਮੋਲ। ਇਸ ਕਰਕੇ ਉਹ ਅਮੋਲ, ਉਹਨਾਂ ਦਾ ਮੁੱਲ ਨਹੀਂ ਪੈ ਸਕਦਾ। ਆਜੋਨੀ ਸੰਭਵ। ਉਹ ਹੁਣ ਜੂਨਾਂ ਤੋਂ ਰਹਿਤ ਨੇ, ਆਪਣੇ ਆਪੇ ਤੋਂ ਪ੍ਰਗਟ ਨੇ ਦੁਨੀਆ ਦੇ ਸਾਹਮਣੇ। ਭੈ ਭੰਜਨ ਪਰ ਦੁੱਖ ਨਿਵਾਰ, ਅਪਾਰ ਅਨੰਭੋ। ਭੈ ਮੈਨੇ ਬਹੁਤੇ ਡਰ। ਭਉ ਦਾ ਬਹੁਵਚਨ ਭੈ ਬਣ ਜਾਂਦਾ ਹੈ। ਭੈ ਭੰਜਨ ਸਾਰਿਆਂ ਡਰਾਂ ਨੂੰ ਦੂਰ ਕਰਨ ਵਾਲੇ। ਭੈ ਬਹੁਵਚਨ ਹੋਣ ਕਰਕੇ ਇਹ ਨੂੰ ਔਕੜ ਨਹੀਂ ਆਈ। ਭੰਜਨ ਮੈਨੇ ਤੋੜਨ ਵਾਲਾ, ਦੂਰ ਕਰਨ ਵਾਲਾ ਸਤਿਗੁਰੂ, ਸਾਰਿਆਂ ਡਰਾਂ ਨੂੰ ਦੂਰ ਕਰਨ ਵਾਲਾ। ਪਰ ਦੁੱਖ, ਪਰਾਇਆਂ ਦੇ ਦੁੱਖਾਂ ਨੂੰ ਨਿਵਾਰ, ਮੈਨੇ ਨਿਵਾਰਨ ਵਾਲਾ। ਦੁੱਖ ਵੀ ਜ਼ਿਆਦਾ ਨੇ, ਪਰਾਏ ਲੋਕਾਂ ਦੇ ਦੁੱਖ ਜ਼ਿਆਦਾ ਨੇ। ਨਿਵਾਰਨ ਵਾਲਾ ਇੱਕ ਹੈ ਗੁਰੂ ਅਰਜਨ ਦੇਵ ਪਾਤਸ਼ਾਹ। ਰਾਰੇ ਨੂੰ ਔਕੜ ਆ ਗਈ। ਦੁਨੀਆ ਦੇ ਡਰ ਬਹੁਤ ਨੇ,
ਤੋੜਨ ਵਾਲਾ ਇੱਕ ਹੈ ਗੁਰੂ ਅਰਜਨ ਦੇਵ ਪਾਤਸ਼ਾਹ। ਭੰਜਨ ਦੇ ਨੈਣੇ ਨੂੰ ਕਢਾ ਗਈ, ਭੈ ਭੰਜਨ ਪਰ ਦੁੱਖ ਨਿਵਾਰ, ਅਪਾਰ ਅਨੰਭੋ। ਉਹ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਅਪਾਰ, ਉਹਨਾਂ ਦੇ ਗੁਣਾਂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਕਿਹੜੇ ਕਿਹੜੇ ਉਹਨਾਂ ਦੇ ਗੁਣ ਬਿਆਨ ਕਰੀਏ? ਦੇਖੋ ਇੱਥੇ ਭੱਟ ਜਿਹੜੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਗੁਣਾਂ ਦਾ ਵਰਣਨ ਕਰ ਰਹੇ ਨੇ, ਉਹਨਾਂ ਨੂੰ ਬਿਆਨ ਕਰ ਰਹੇ ਨੇ। 21 ਸਵਈਏ ਉਚਾਰ ਦਿੱਤੇ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਗੁਣ ਪੂਰੇ ਕਰ ਦਿੱਤੇ ਉਹਨਾਂ ਨੇ? ਨਹੀਂ, ਅਪਾਰ, ਉਹਨਾਂ ਦੇ ਗੁਣ ਪਾਰਾਵਾਰ ਤੋਂ ਪਰੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਪਾਇਆ ਜਾ ਸਕਦਾ। ਅਨੰਭਵ, ਅਨੰਭਵ ਮੈਨੇ ਅਨੁਭਵ, ਅਨੁਭਵ ਮੈਨੇ ਅਨੁਭਵ। ਉਹ ਅਨੁਭਵ ਉਹਨਾਂ ਦਾ ਆਪਣਾ ਹੈ, ਕਿਉਂਕਿ ਸੈਭੰਗ ਨੇ ਆਪਣੇ ਆਪ ਤੇ ਖੜੇ ਨੇ, ਆਪਣੇ ਪੈਰਾਂ ਤੇ ਖੜੇ ਨੇ, ਆਪਣੇ ਆਪੇ ਤੋਂ ਪ੍ਰਗਟ ਨੇ, ਉਹਨਾਂ ਦਾ ਅਨੁਭਵ ਆਪਣਾ ਹੈ। ਤੇ ਜਦੋਂ ਕਿਸੇ ਦਾ ਅਨੁਭਵ ਆਪਣਾ ਹੋਵੇ, ਉਸ ਅਨੁਭਵ ਦਾ ਮੁੱਲ ਫਿਰ ਪਾਇਆ ਨਹੀਂ ਜਾ ਸਕਦਾ। ਅਸੀਂ ਕਹਿੰਦੇ ਹਾਂ ਮੰਨੇ ਕੀ ਗਤ ਕਹੀ ਨਾ ਜਾਏ। ਜਿਹਨੇ ਮੰਨਿਆ ਰੱਬੀ ਨਿਯਮਾਂ ਨੂੰ, ਉਹਦੀ ਗਤ, ਉਹਦੀ ਅਵਸਥਾ ਕਹੀ ਨਹੀਂ ਜਾ ਸਕਦੀ। ਹੁਣ ਕਿਉਂ ਨਹੀਂ ਕਹੀ ਜਾ ਸਕਦੀ? ਕਾਰਨ ਕੀ ਹੈ? ਹੁਣ ਇੱਥੇ ਗਤ ਦਾ ਮਤਲਬ ਹੈ ਸੋਚ। ਜਿੰਨੇ ਗੁਣਾਂ ਨੂੰ ਮੰਨਿਆ ਨਾ, ਉਹਦੀ ਸੋਚ ਦੱਸੀ ਨਹੀਂ ਜਾ ਸਕਦੀ, ਉਹਦੀ ਅਵਸਥਾ, ਉਹਦਾ ਅਨੁਭਵ ਦੱਸਿਆ ਨਹੀਂ ਜਾ ਸਕਦਾ, ਉਹਦੀ ਹਾਲਤ ਨਹੀਂ ਦੱਸੀ ਜਾ ਸਕਦੀ। ਹੁਣ ਜਿਹੜਾ ਬੰਦਾ ਸੱਚ ਬੋਲਦਾ ਹੈ ਨਾ, ਉਹਨੂੰ ਪਤਾ ਵੀ ਸੱਚ ਬੋਲਣ ਦਾ ਕੀ ਆਨੰਦ ਹੈ। ਝੂਠ ਬੋਲਣ ਵਾਲੇ ਨੂੰ ਕੀ ਪਤਾ ਸੱਚ ਬੋਲਣ ਦਾ ਕੀ ਆਨੰਦ ਹੁੰਦਾ ਹੈ। ਜਿਹੜਾ ਹੱਕ ਦੀ ਕਮਾਈ ਲੈ ਕੇ ਘਰ ਆ ਕੇ ਰਜਾਈ ਲੈ ਕੇ ਸੁੱਖ ਦੀ ਨੀਂਦ ਸੌਂਦਾ ਹੈ, ਤੇ ਬੇਈਮਾਨੀ ਕਰਕੇ, ਠੱਗੀਆਂ ਕਰਕੇ ਪੈਸਾ ਲਿਆ ਕੇ ਜਿਹੜਾ ਘਰ 'ਚ ਲੈ ਕੇ ਆ ਰਿਹਾ, ਉਹਨੂੰ ਕੀ ਪਤਾ ਸੁੱਖ ਦੀ ਨੀਂਦ ਕੀ ਹੁੰਦੀ ਹੈ। ਠੱਗ, ਚੋਰ, ਬੇਈਮਾਨ ਰਾਤਾਂ ਨੂੰ ਸੌਂਦਾ ਵੀ ਇਸ ਤਰ੍ਹਾਂ, ਪਤਾ ਨਹੀਂ ਕਦੋਂ ਗੱਡੀ ਦਾ ਸਾਇਰਨ ਵੱਜ ਜਾਏ, ਪੁਲਿਸ ਆ ਜਾਏ, ਕਦੋਂ ਫੜ ਕੇ ਲੈ ਜਾਏ, ਉਦੋਂ ਡਰਿਆ ਹੋਇਆ। ਹੱਕ ਦੀ ਕਮਾਈ ਲੈ ਕੇ ਜਿਹੜੀ ਸੁੱਖ ਦੀ ਨੀਂਦ ਹੈ, ਉਹ ਤੇ ਉਹੀ ਦੱਸ ਸਕਦਾ ਹੈ ਨਾ ਜਿਹੜਾ ਹੱਕ ਦੀ ਕਮਾਈ ਕਰਦਾ ਹੈ। ਬੇਈਮਾਨੀ ਦੀ ਕਮਾਈ ਵਾਲੇ ਨੂੰ ਕੀ ਪਤਾ ਹੈ ਇਸ ਸੁੱਖ ਦਾ, ਇਸ ਆਨੰਦ ਦਾ। ਕਿਸੇ ਭੁੱਖੇ ਨੂੰ ਭੋਜਨ ਛਕਾ ਕੇ ਉਹਦੀ ਤ੍ਰਿਪਤੀ ਵਿੱਚੋਂ ਜਿਹੜਾ ਆਨੰਦ ਮਿਲਦਾ ਹੈ, ਜਿਹਨੇ ਭੁੱਖੇ ਨੂੰ ਭੋਜਨ ਕਰਾਇਆ ਉਹਨੂੰ ਹੀ ਪਤਾ ਹੈ। ਗਰੀਬ ਦਾ ਭੋਜਨ ਖੋਣ ਵਾਲੇ ਨੂੰ ਉਹ ਆਨੰਦ ਨਹੀਂ ਪਤਾ। ਜਿਹਨੇ ਮਿੱਠਾ ਬੋਲਿਆ ਉਹਨੂੰ ਪਤਾ ਇਹਦਾ ਆਨੰਦ ਕੀ ਹੈ। ਜਿਹਨੇ ਸੰਤੋਖ ਵਿੱਚ ਜ਼ਿੰਦਗੀ ਗੁਜ਼ਾਰੀ, ਜਿਹੜਾ ਨਿਮਰਤਾ ਵਿੱਚ ਆਇਆ, ਜਿਹੜਾ ਸੰਤੋਖੀ ਹੋਇਆ, ਉਹਨੂੰ ਪਤਾ ਹੈ ਇਹਨਾਂ ਗੁਣਾਂ ਦਾ ਆਨੰਦ ਕੀ। ਇਸ ਕਰਕੇ ਮੰਨੇ ਕੀ ਗਤ ਕਹੀ ਨਾ ਜਾਈ। ਰੱਬੀ ਗੁਣਾਂ ਨੂੰ ਮੰਨਣ ਵਾਲੇ ਦੀ ਅਵਸਥਾ ਦੱਸੀ ਨਹੀਂ ਜਾ ਸਕਦੀ। ਜਿਹਨੇ ਇਹਨਾਂ ਗੁਣਾਂ ਨੂੰ ਕਮਾਇਆ ਹੈ, ਇਹਨਾਂ ਗੁਣਾਂ ਦੇ ਆਨੰਦ ਦਾ ਉਹਨੂੰ ਹੀ ਪਤਾ, ਦੂਜੇ ਨੂੰ ਨਹੀਂ ਪਤਾ। ਅਨੰਭਵ ਮੈਨੇ ਅਨੁਭਵ। ਸਤਿਗੁਰੂ ਪਾਤਸ਼ਾਹ ਦੇ ਜਿਹੜੇ ਇਹ ਅਨੁਭਵ ਨੇ, ਜਿਹੜੇ ਗੁਣਾਂ ਉਹਨੂੰ ਉਹਨਾਂ ਨੇ ਕਮਾਇਆ ਹੈ, ਉਹ ਆਪ ਜਾਣਦੇ ਨੇ ਇਹਨਾਂ ਦਾ ਰਸ ਕੀ, ਇਹਨਾਂ ਦਾ ਆਨੰਦ ਕੀ ਹੈ। ਉਹਨਾਂ ਨੇ ਅਨੁਭਵ ਲਿਆ ਹੈ, ਪ੍ਰੈਕਟੀਕਲ ਗੁਣਾਂ ਨੂੰ ਧਾਰਨ ਕਰਕੇ ਅਨੁਭਵ ਲਿਆ ਹੈ। ਯਾਦ ਰੱਖਿਓ, ਇਹ ਅਨੁਭਵ ਸਾਦਾ ਸੰਤਾਂ ਵਾਲਾ ਨਹੀਂ ਕਿ ਅਸੀਂ ਅੱਖਾਂ ਬੰਦ ਕੀਤੀਆਂ, ਸਮਾਧੀ ਚ ਉਤਰ ਕੇ ਸਾਨੂੰ ਅਨੁਭਵ ਹੋ ਗਿਆ। ਉਹ ਵਾਲਾ ਅਨੁਭਵ ਨਹੀਂ, ਉਹ ਝੂਠਾ ਅਨੁਭਵ ਹੈ। ਅਨੁਭਵ ਉਹ ਹੈ ਉਹਨਾਂ ਗੁਣਾਂ ਨੂੰ ਪ੍ਰੈਕਟੀਕਲ ਕਰਕੇ ਜਦੋਂ ਜੀਵਿਆ, ਉਹਦੇ ਵਿੱਚੋਂ ਜਿਹੜਾ ਆਨੰਦ ਮਿਲਿਆ ਨਾ, ਉਹ ਅਨੁਭਵ ਹੈ। ਮੇਰੇ ਗੁਰੂ ਨੇ ਕਿਹਾ ਸੀ, ਘਾਲ ਖਾਏ ਕੁਛ ਹੱਥੋਂ ਦੇ। ਜਦੋਂ ਕਿਸੇ ਗਰੀਬ ਨੂੰ ਹੱਥੋਂ ਦਿੱਤਾ ਨਾ, ਠੰਡ ਵਿੱਚ ਠਰਦੇ ਹੋਏ ਦੇ ਉੱਪਰ ਕੰਬਲ ਪਾਇਆ, ਉਹਨੂੰ ਜਿਹੜਾ ਨਿੱਘ ਮਿਲਿਆ ਨਾ, ਉਹਦੇ ਨਿੱਘ ਵਿੱਚੋਂ ਜਿਹੜਾ ਕੰਬਲ ਦੇਣ ਵਾਲੇ ਨੂੰ ਆਨੰਦ ਆਇਆ, ਉਹਦਾ ਅਨੁਭਵ ਹੈ। ਭੁੱਖੇ ਨੂੰ ਰੋਟੀ ਖਵਾ ਕੇ ਉਹਦੀ ਤ੍ਰਿਪਤੀ ਚੋਂ ਜਿਹੜਾ ਰੱਜ ਮਿਲਿਆ ਨਾ, ਅਨੁਭਵ, ਉਹਦਾ ਆਪਣਾ ਅਨੁਭਵ ਹੈ। ਪ੍ਰੈਕਟੀਕਲ ਗੁਣਾਂ ਨੂੰ ਕਰਕੇ, ਗੁਣਾਂ ਨੂੰ ਪ੍ਰੈਕਟੀਕਲ ਜੀ ਕੇ ਜਿਹੜਾ ਆਨੰਦ ਮਿਲਦਾ ਹੈ, ਉਹ ਅਨੁਭਵ ਹੁੰਦਾ ਹੈ। ਇਸ ਤੋਂ ਅੱਗੇ ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ। ਹਾਂ, ਇਸ ਤੋਂ ਪਹਿਲਾਂ ਅਸੀਂ ਪਹਿਲੀ ਪੰਕਤੀ ਪੜ੍ਹ ਲਈ ਜੀ। ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ ਸ਼ੀਤਲ ਸੁਖ ਦਾਤੋ। ਅਗਹਿ, ਗਹਿ ਹੁੰਦੀ ਹੈ ਪਹੁੰਚ। ਅਗਹਿ ਜਿਹੜਾ ਅਪਹੁੰਚ, ਪਹੁੰਚ ਤੋਂ ਪਰੇ। ਗਹਿਣ, ਗਹਿਣ ਮੈਨੇ ਪਹੁੰਚ ਤੱਕ ਕਰ ਲੈਣੀ, ਉਹਦੇ ਤੱਕ ਪਹੁੰਚ ਕਰ ਲੈਣੀ। ਗੁਰੂ ਅਰਜਨ ਦੇਵ ਪਾਤਸ਼ਾਹ ਉਸ ਅਗਹਿ ਪ੍ਰਭੂ ਤੱਕ ਪਹੁੰਚੇ ਹਨ। ਉਹਨਾਂ ਨੇ ਅਗਹਿ ਨੂੰ ਗਹਿ ਲਿਆ ਹੈ, ਅਪਹੁੰਚ ਤੱਕ ਪਹੁੰਚ ਬਣਾ ਲਈ ਹੈ। ਭ੍ਰਮ ਭ੍ਰਾਂਤ ਦਹਿਣ, ਭ੍ਰਮ ਦੇ ਮੈਨੂੰ ਆ ਗਈ ਔਂਕੜ, ਇੱਕ ਵਚਨ ਪੁਲਿੰਗ ਸ਼ਬਦ ਭਰਮ। ਭ੍ਰਾਂਤ, ਭ੍ਰਾਂਤੀ ਜਿਹੜਾ ਸ਼ਬਦ ਹੈ ਸੰਸਕ੍ਰਿਤ ਦਾ, ਆਪਣੀ ਮੌਲਿਕ ਸਿਆਰੀ ਤੱਤੀ ਦੀ ਨਾਲ ਲੈ ਕੇ ਆਇਆ। ਭ੍ਰਾਂਤੀ ਤੋਂ ਇਹ ਸ਼ਬਦ ਬਣਿਆ ਭ੍ਰਾਂਤ। ਇਸਤਰੀ ਲਿੰਗ ਤਤਸਮ ਸ਼ਬਦ ਹੈ ਇਹ। ਦਹਿਣ, ਦਹਿਣ ਦੇ ਨਾਣੇ ਨੂੰ ਲੱਗ ਗਈ ਔਂਕੜ, ਭਾਵ ਦੂਰ ਕਰਨ ਵਾਲਾ। ਭ੍ਰਮ ਭ੍ਰਾਂਤ ਦਹਿਣ ਮੈਨੇ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜਿਹੜੇ ਭਰਮ ਨੂੰ ਤੇ ਭਟਕਣਾ ਨੂੰ ਦੂਰ ਕਰਨ ਵਾਲੇ ਹਨ। ਸ਼ੀਤਲ ਸੁਖ ਦਾਤੋ, ਸ਼ੀਤਲ ਮੈਨੇ ਠੰਡੇ ਨੇ।
ਸ਼ੀਤਲ ਮਨੇ ਬਿਲਕੁਲ ਸ਼ਾਂਤ, ਸ਼ੀਤਲ, ਠੰਡੇ ਸੁਭਾਅ ਵਾਲੇ ਨੇ। ਇਸੇ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਆਮ ਤੌਰ ਤੇ ਸ਼ਾਂਤੀ ਦੇ ਪੁੰਜ ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਾਂਤੀ ਦੇ ਪੁੰਜ ਹਨ, ਕਿਉਂਕਿ ਉਹਨਾਂ 'ਚ ਸ਼ੀਤਲਤਾ ਹੈ। ਸ਼ੀਤਲ, ਔਰ ਸ਼ੀਤਲਤਾ ਕਿੰਨੀ ਕੁ ਉਹਨਾਂ ਦੇ ਵਿੱਚ, ਕਿੰਨੀ ਕੁ ਸ਼ੀਤਲਤਾ ਦੇ ਨਾਲ ਭਰੇ ਹੋਏ ਨੇ। ਏਦਾਂ ਲੱਗਦਾ ਹੈ ਜਿਵੇਂ ਸਾਰੀ ਦੁਨੀਆ ਮਿਲ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸਾੜਨਾ ਚਾਹੁੰਦੀ ਹੋਵੇ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਇੰਨੇ ਸ਼ੀਤਲ ਨੇ, ਦੁਨੀਆ ਦੀ ਅੱਗ ਉਹਨਾਂ ਨੂੰ ਸਾੜ ਨਹੀਂ ਸਕਦੀ। ਸ਼ਾਂਤੀ ਦੇ ਪੁੰਜ ਨੇ। ਕਦੀ ਸੂਰਜ ਅੱਗ ਵਰਾਂਦਾ ਹੈ, ਧੁੱਪ ਸਾੜਦੀ ਹੈ, ਜ਼ਮੀਨ ਵੀ ਤੱਤੀ, ਆਸਮਾਨ ਵੀ ਤੱਤਾ ਹੈ, ਜੇਠ ਹਾੜ ਦੀਆਂ ਧੁੱਪਾਂ ਤੱਤੀਆਂ ਨੇ, ਤਵੀ ਵੀ ਤੱਤੀ ਸਾੜਨਾ ਚਾਹੁੰਦੀ ਹੈ, ਉਬਲਦਾ ਪਾਣੀ ਵੀ ਤੱਤਾ ਸਾੜਨਾ ਚਾਹੁੰਦਾ ਹੈ, ਸੜਦੀ ਬਲਦੀ ਰੇਤ ਵੀ ਸਾੜਨਾ ਚਾਹੁੰਦੀ ਹੈ। ਇਸ ਤਪਸ਼ ਦੀ ਸ਼ੁਰੂਆਤ ਤੇ ਘਰ ਚੋਂ ਹੀ ਹੋ ਗਈ ਸੀ। ਕਦੀ ਪ੍ਰਿਥੀ ਚੰਦ ਸੜਦਾ ਹੈ, ਕਦੀ ਮਹਾਦੇਵ ਸੜਦਾ ਹੈ, ਕਦੀ ਕਰਮੋ ਸੜਦੀ ਹੈ, ਕਦੀ ਕਾਨਾ ਸੜਦਾ ਹੈ, ਕਦੀ ਸ਼ੇਖ ਬੁਖਾਰੀ ਵਰਗੇ, ਕਦੀ ਸੁਲਭੀ ਖਾਨ, ਕਦੀ ਸੁਲਹੀ ਖਾਨ ਵਰਗੇ ਆਏ, ਕਦੀ ਬੀਰਬਲ ਵਰਗੇ ਅੱਗ ਬਣ ਕੇ ਆਏ ਗੁਰੂ ਨੂੰ ਸਾੜਨ ਦੇ ਲਈ, ਕਦੀ ਚੰਦੂ ਵਰਗੇ ਅੱਗ ਬਣ ਕੇ ਆਏ। ਸਮੇਂ ਦਾ ਬਾਦਸ਼ਾਹ ਜਹਾਂਗੀਰ, ਉਹ ਸਾੜਨਾ ਚਾਹੁੰਦਾ ਹੈ ਗੁਰੂ ਨੂੰ। ਸਾਰੀ ਦੁਨੀਆ ਦੀ ਅੱਗ ਮਿਲ ਕੇ ਗੁਰੂ ਨੂੰ ਸਾੜਨਾ ਚਾਹੁੰਦੀ ਹੈ। ਇੱਕ ਸੂਰਜ ਤੱਤਾ, ਇੱਕ ਧੁੱਪ ਤੱਤੀ, ਇੱਕ ਜ਼ਮੀਨ ਤੱਤੀ, ਆਸਮਾਨ ਤੱਤਾ, ਇੱਕ ਭੱਠ ਤੱਤਾ, ਇੱਕ ਦੇਗ ਤੱਤੀ, ਇੱਕ ਖੌਲਦਾ ਪਾਣੀ ਮਹਾਨ ਤੱਤਾ, ਪ੍ਰਿਥੀ ਮਹਾਦੇਵ ਤੱਤਾ, ਕਰਮੂ ਕਾਨਾ ਤੱਤਾ, ਇੱਕ ਸ਼ੇਖ ਬੁਖਾਰੀ ਮੁਰਤਜ਼ਾ ਖਾਨ ਤੱਤਾ, ਸੁਲਹੀ ਸੁਲਭੀ ਤੱਤਾ ਤੇ ਖੁਰਮ ਤੱਤਾ, ਇੱਕ ਬੀਰਬਲ ਸੀ ਜਿਹਦਾ ਅਰਮਾਨ ਤੱਤਾ, ਇੱਕ ਰੁੱਤ ਤੱਤੀ, ਇੱਕ ਮਜਬ ਤੱਤਾ, ਇੱਕ ਚੰਦੂ ਸੀ ਨਾਲੇ ਦੀਵਾਨ ਤੱਤਾ, ਇੱਕ ਰਾਜ ਤੱਤਾ, ਇੱਕ ਅਦਲ ਤੱਤਾ, ਇੱਕ ਵਕਤ ਦਾ ਸੀ ਹੁਕਮਰਾਨ ਤੱਤਾ। ਇਹਨਾਂ ਤੱਤਿਆਂ ਦੇ ਘੇਰੇ ਵਿੱਚ ਬਹਿ ਕੇ ਵੀ ਹੋਇਆ ਜਰਾ ਨਾ ਸੋਢੀ ਸੁਲਤਾਨ ਤੱਤਾ, ਤਖਤ ਉਲਟ ਜਾਂਦੇ, ਮਹਿਲ ਢੇਰ ਹੁੰਦੇ, ਅਰਜਨ ਗੁਰੂ ਜੇ ਹੁੰਦਾ ਭਗਵਾਨ ਤੱਤਾ। ਇਹਨਾਂ ਤਪਸ਼ ਦੇ ਵਿੱਚ ਰਹਿ ਕੇ ਵੀ ਗੁਰੂ ਸ਼ਾਂਤੀ ਦੇ ਪੁੰਜ ਬਣ ਕੇ ਬਣੇ ਰਹੇ, ਸ਼ਾਂਤੀ ਦੇ ਪੁੰਜ ਬਣ ਕੇ ਬੈਠੇ ਰਹੇ। ਉਹ ਨਹੀਂ ਤੱਤੇ ਹੋਏ। ਜੇ ਗੁਰੂ ਤਪਸ਼ ਵਿੱਚ ਆ ਜਾਂਦਾ, ਧਰਮ ਦੇ ਤਖਤ ਡੋਲ ਜਾਣੇ ਸਨ, ਫਿਰ ਧਰਮ ਦੇ ਮਹਿਲ ਨਹੀਂ ਸੀ ਰਹਿਣੇ। ਕਿ ਧਰਮ ਦੀ ਕਦੀ ਤੱਤਾ ਹੋ ਸਕਦਾ ਹੈ? ਇਹਨਾਂ ਤੱਤਿਆਂ ਦੇ ਘੇਰੇ ਵਿੱਚ ਬਹਿ ਕੇ ਵੀ ਹੋਇਆ ਜਰਾ ਨਾ ਸੋਢੀ ਸੁਲਤਾਨ ਤੱਤਾ, ਤਖਤ ਉਲਟ ਜਾਂਦੇ, ਮਹਿਲ ਢੇਰ ਹੁੰਦੇ, ਅਰਜਨ ਗੁਰੂ ਜੇ ਹੁੰਦਾ ਭਗਵਾਨ ਤੱਤਾ। ਗੁਰੂ ਸ਼ਾਂਤੀ ਦਾ ਮੁਜੱਸਮਾ ਹੈ, ਸ਼ੀਤਲ ਹੈ, ਠੰਡਾ ਹੈ। ਇਸ ਤੋਂ ਅੱਗੇ ਸਤਿਗੁਰੂ ਪਾਤਸ਼ਾਹ ਦੀ ਸਿਫਤ ਉਹਨਾਂ ਕੀਤੀ, ਸੁਖ ਦਾਤੋ। ਸੁਖ ਦੇ ਖੱਖੇ ਨੂੰ ਔਂਕੜ ਨਹੀਂ ਹੈ, ਸੁੱਖਾਂ ਦਾ ਦੇਣ ਵਾਲਾ ਦਾਤਾ ਹੈ। ਇੱਥੇ ਬਹੁਵਚਨ ਸੁੱਖਾਂ ਦੀ ਗੱਲ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਠੰਡੇ ਨੇ, ਸੁੱਖਾਂ ਦੇ ਦਾਤੇ ਨੇ। ਆ ਸੰਭੋ ਉਦਵਿਓ ਪੂਰਨ ਪੁਰਖ ਪੂਰਨ ਵਿਧਾਤੋ। ਆ ਸੰਭੋ, ਆ ਸੰਭੋ ਮਨੇ ਜਿਹੜਾ ਉਤਪਤੀ ਤੋਂ ਰਹਿਤ ਹੈ, ਅਜਨਮਾ ਹੈ। ਸੰਭੋ ਦਾ ਮਤਲਬ ਸੈਭੰਗ ਦਾ ਅਰਥ ਹੈ ਪ੍ਰਗਟ ਹੋਣਾ ਆਪਣੇ ਆਪੇ ਤੋਂ। ਆ ਸੰਭੋ ਇੱਥੇ ਹੁਣ ਸੈਭੰਗ ਤੋਂ ਉਲਟ ਆ ਗਿਆ, ਜਿਹੜਾ ਅਜਨਮਾ ਹੈ, ਉਤਪਤੀ ਤੋਂ ਰਹਿਤ ਹੈ। ਉਤਪਤੀ ਤੋਂ ਰਹਿਤ ਦਾ ਭਾਵ, ਉਤਪਤੀ ਤੋਂ ਰਹਿਤ ਦਾ ਭਾਵ ਹੁਣ ਉਹ ਜੂਨਾਂ ਵਿੱਚ ਨਹੀਂ ਆਉਂਦਾ। ਮੌਤ ਤੋਂ ਤੇ ਅਮਰ ਹੋ ਹੀ ਗਿਆ ਸੀ, ਜਨਮ ਤੋਂ ਵੀ ਪਰੇ ਹੋ ਗਿਆ। ਕਿਉਂਕਿ ਜਿਹਦਾ ਜਨਮ ਹੈ ਉਹਦੀ ਮੌਤ ਨਿਸ਼ਚਿਤ ਹੈ। ਉਹਦਾ ਜਨਮ ਹੀ ਨਹੀਂ, ਹੁਣ ਉਹਨੂੰ ਮੌਤ ਮਾਰ ਹੀ ਨਹੀਂ ਸਕਦੀ, ਅਸੰਭਵ ਹੀ ਹੋ ਗਈ। ਜਨਮ ਤੋਂ ਹੀ ਪਰੇ ਹੋ ਗਏ। ਉਦਵਿਓ, ਉਹ ਪ੍ਰਗਟ ਹੋਏ ਨੇ, ਹਮੇਸ਼ਾ ਤੁਸੀਂ ਪ੍ਰਗਟ ਹੋ ਗਏ। ਜਨਮ ਨਹੀਂ ਹੋਇਆ, ਉਹ ਪ੍ਰਗਟ ਹੋ ਗਏ। ਪੁਰਖ ਪੂਰਨ ਵਿਧਾਤੋ। ਕਿਉਂ? ਕਿਉਂਕਿ ਉਹ ਰੱਬ ਵਰਗੇ ਵਿਆਪਕ ਨੇ। ਪੁਰਖ ਮੈਨੇ ਵਿਆਪਕ, ਪੂਰਨ ਵਿਧਾਤੋ। ਵਿਧਾਤੋ ਮੈਨੇ ਵਿਧੀਆਂ ਕਰਨ ਵਾਲੇ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਉਸ ਰੱਬ ਵਰਗੇ ਹੋ ਗਏ ਜਿਵੇਂ ਰੱਬ ਸੰਸਾਰ ਦੇ ਜੀਵਾਂ ਦੀਆਂ ਵਿਧੀਆਂ ਕੱਢਦਾ ਹੈ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਉਸ ਰੱਬ ਵਰਗੇ ਪੂਰਨ ਪੁਰਖ ਵਿਧਾਤੇ ਹੋ ਗਏ, ਕਿਉਂਕਿ ਉਹ ਮਨੁੱਖਾਂ ਦੀਆਂ ਜ਼ਿੰਦਗੀ ਦੀਆਂ ਵਿਧੀਆਂ ਕੱਢਦੇ ਨੇ ਕਿ ਕਿਹੜੇ ਤਰੀਕੇ ਦੇ ਨਾਲ ਜੀਵਨ ਸੁੰਦਰ ਬਣੇਗਾ। ਉਹਨਾਂ ਨੇ ਇੱਕ ਵਿਧ ਕਰਕੇ ਦੇ ਦਿੱਤੀ, ਐ ਸਿੱਖਾ, ਇਸ ਗੁਰਬਾਣੀ ਦੇ ਪਾਏ ਪੂਰਨਿਆਂ ਤੇ ਚੱਲੇਗਾ, ਤੇਰਾ ਜੀਵਨ ਸੁੰਦਰ ਹੋ ਜਾਏਗਾ। ਇੱਕ ਵਿਧੀ ਕਰਕੇ ਦੇ ਦਿੱਤੀ। ਹਮ ਅੰਧਲੇ ਅੰਧ ਦਿਖੈ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇਂ ਆਪਨ ਪਾਲੀ, ਗੁਰ ਸਿੱਖ ਨੀਤ ਚਲੋ ਗੁਰ ਚਾਲੀ। ਐ ਗੁਰੂ ਕੇ ਸਿੱਖੋ, ਗੁਰੂ ਦੀ ਦੱਸੀ ਚਾਲ ਤੇ ਚੱਲੋ, ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ, ਤੁਹਾਡੀ ਜ਼ਿੰਦਗੀ ਦੀ ਕਥਾ ਨਿਰਾਲੀ ਹੋ ਜਾਏਗੀ। ਉਦੋਂ ਕੀ ਹੋਏਗਾ? ਤੋ ਬਿਦ ਨੀਕੀ ਖਟਾਨੀ, ਤੁਹਾਡੀ ਵਿਧੀ ਸੋਹਣੀ ਬਣ ਜਾਏਗੀ। ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਉਹ ਵਿਧਾਤੇ ਨੇ ਜਿਹੜੇ ਮਨੁੱਖਾਂ ਦੀਆਂ ਵਿਧੀਆਂ ਕੱਢ ਕੇ ਉਹਨਾਂ ਨੂੰ ਸੁੰਦਰ ਜੀਵਨ ਵਾਲੇ ਕਰ ਦਿੰਦੇ ਨੇ। ਨਾਨਕ ਆਦ ਅੰਗਦ ਅਮਰ, ਸਤਿਗੁਰ ਸ਼ਬਦ ਸਮਾਇਓ। ਨਾਨਕ
ਆਦ ਮੈਨੇ ਆਦ ਤੋਂ ਲੈ ਕੇ, ਸ਼ੁਰੂ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਤੋਂ ਹੀ। ਨਾਨਕ ਦੇ ਕੱਕੇ ਨੂੰ ਕੜਤਾ ਨਹੀਂ ਆਈ, ਲੁਪਤ ਸੰਬੰਧਕ ਆ ਗਿਆ। ਆਦ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੰਬੰਧਕ ਆ ਗਿਆ। ਅੰਗਦ, ਅਮਰ, ਇਹ ਵੀ ਦੱਦਾ ਮੁਕਤਾ ਤੇ ਰਾਰਾ ਮੁਕਤਾ ਹੈ। ਗੁਰੂ ਅੰਗਦ ਦੇ ਪਾਤਸ਼ਾਹ ਨਾਲ, ਗੁਰੂ ਅਮਰਦਾਸ ਪਾਤਸ਼ਾਹ ਦੇ ਨਾਲ, ਸ਼ੁਰੂ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਤੋਂ ਹੀ, ਗੁਰੂ ਨਾਨਕ ਸਾਹਿਬ ਨਾਲ, ਗੁਰੂ ਅੰਗਦ ਦੇ ਪਾਤਸ਼ਾਹ ਨਾਲ, ਗੁਰੂ ਅਮਰਦਾਸ ਪਾਤਸ਼ਾਹ ਦੇ ਨਾਲ ਸਤਿਗੁਰ ਸ਼ਬਦ ਸਮਾਇਓ। ਸਤਿਗੁਰ ਦੇ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਸਮਾ ਗਏ ਹਨ। ਸਤਿਗੁਰ ਸ਼ਬਦ ਸਮਾਇਓ। ਇੱਥੇ ਇਹ ਜਿਹੜਾ ਸ਼ਬਦ ਅਸੀਂ ਹੁਣੇ ਪੜ੍ਹਿਆ ਹੈਗਾ, ਸਤਿਗੁਰ ਦੇ ਇੱਥੇ ਰਾਰੇ ਨੂੰ ਸਿਆਰੀ ਹੋਣੀ ਚਾਹੀਦੀ ਹੈ। ਮੈਂ ਉਹੀ ਚੈੱਕ ਕਰਨ ਲੱਗਿਆ ਜੀ। ਖੈਰ, ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ। ਸਤਿਗੁਰੂ, ਹਾਂਜੀ, ਇੱਥੇ ਰਾਰੇ ਨੂੰ ਬਿਲਕੁਲ ਜੀ ਸਿਆਰੀ ਹੋਣੀ ਚਾਹੀਦੀ, ਪਰ ਇੱਥੇ ਹੈ ਨਹੀਂ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪਦ ਅਰਥਾਂ ਦੇ ਵਿੱਚ ਇੱਥੇ ਸਿਆਰੀ ਪਾਈ ਹੋਈ ਹੈਗੀ ਹੈ। ਜੇ ਨਾ ਵੀ ਤੇ ਅਸੀਂ ਤਾਂ ਵੀ ਇਹਦੇ ਸੰਬੰਧਕੀ ਅਰਥ ਹੋ ਹੀ ਜਾਣਗੇ। ਸਤਿਗੁਰੂ ਦੇ ਸ਼ਬਦ ਵਿੱਚ ਸਮਾਇਓ, ਸਤਿਗੁਰੂ ਦੇ ਸੰਬੰਧਕ ਆਇਆ ਤੇ ਤਾਂ ਵੀ ਸਤਿਗੁਰੂ ਦੇ ਰਾਰੇ ਨੂੰ ਔਂਕੜ ਨਹੀਂ ਆਏਗੀ। ਸ਼ਬਦ ਦੱਦੇ ਨੂੰ ਸਿਆਰੀ ਆ ਗਈ, ਸ਼ਬਦ ਵਿੱਚ ਸਮਾਇਓ ਭਾਵ ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਪਾਤਸ਼ਾਹ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਸਤਿਗੁਰੂ ਦੇ ਸ਼ਬਦ ਦੇ ਵਿੱਚ ਸਮਾ ਗਏ। ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ। ਇੱਥੇ ਧੰਨ ਦੇ ਨੰਨੇ ਉੱਪਰ ਟਿੱਪੀ ਹੈ ਹੱਥ ਲਿਖਤ ਬੀੜਾਂ ਦੇ ਵਿੱਚ। ਪਹਿਲੇ ਧੰਨ ਦੇ ਉੱਪਰ ਟਿੱਪੀ ਹੈਗੀ ਹੈ ਧੰਨ ਧੰਨ ਗੁਰੂ ਰਾਮਦਾਸ ਗੁਰ। ਇਸੇ ਤਰ੍ਹਾਂ ਰਾਮਦਾਸ ਤੇ ਵੀ ਸੱਸੇ ਨੂੰ ਔਂਕੜ ਹੈਗੀ ਹੈ ਹੱਥ ਲਿਖਤ ਬੀੜਾਂ ਦੇ ਵਿੱਚ। ਧੰਨ ਧੰਨ ਭਾਵ ਧੰਤਾ ਯੋਗ ਪੂਜਣ ਯੋਗ ਗੁਰੂ ਰਾਮਦਾਸ ਗੁਰ, ਭਾਵ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਜੀ ਹਨ ਉਹ ਧੰਤਾ ਯੋਗ ਹਨ, ਪੂਜਣ ਯੋਗ ਹਨ, ਸ਼ਾਬਾਸ਼ੀ ਯੋਗ ਹਨ। ਜਿਨ ਭਾਵ ਜਿਸ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ। ਇੱਥੇ ਜਿਨ ਦੇ ਨੰਨੇ ਨੂੰ ਆ ਗਈ ਸਿਆਰੀ, ਇੱਕ ਵਚਨੀ ਅਰਥ ਬਣ ਜਾਣਗੇ ਜਿਸ ਨੇ, ਭਾਵ ਜਿਸ ਗੁਰੂ ਰਾਮਦਾਸ ਪਾਤਸ਼ਾਹ ਨੇ ਪਾਰਸ ਪਰਸ ਮਿਲਾਇਓ। ਪਾਰਸ ਸੱਸੇ ਨੂੰ ਆ ਗਈ ਔਂਕੜ, ਭਾਵ ਉਹ ਪਾਰਸ ਜਿਹੜਾ ਦੂਜੇ ਨੂੰ ਸੋਨਾ ਕਰਦਾ ਹੈ। ਪਰਸ ਮਿਲਾਇਓ ਮੈਨੇ ਸਪਰਸ਼ ਕਰਕੇ, ਰਾਰੇ ਨੂੰ ਸੱਸੇ ਨੂੰ ਆ ਗਈ ਸਿਆਰੀ, ਇਹਦਾ ਅਰਥ ਬਣੇਗਾ ਕੇ, ਪਰਸ ਕੇ ਮਿਲਾਇਓ। ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਧੰਤਾ ਯੋਗ ਹਨ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪਰਸ ਕੇ ਛੋਹ ਕੇ ਪਾਰਸ ਬਣਾ ਦਿੱਤਾ, ਆਪਣੇ ਵਰਗਾ ਕਰ ਲਿਆ। ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਨੇ, ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਗੁਰੂ ਹੋ ਗਏ ਹਨ, ਉਹ ਵੀ ਗੁਰੂ ਬਣ ਗਏ ਹਨ। ਇਸ ਦੇ ਨਾਲ ਹੀ ਇੱਕ ਸਵਾਲ ਆਇਆ, ਮੈਂ ਹੁਣੇ ਇੱਥੇ ਦੱਸ ਹੀ ਦੇਵਾਂ ਕਿ ਭ੍ਰਮ ਤੇ ਭ੍ਰਾਂਤ ਦੇ ਵਿੱਚ ਕੀ ਫਰਕ ਹੈਗਾ ਹੈ। ਮੈਂ ਇਹ ਵੀ ਦੱਸ ਦਿੰਦਾ। ਭ੍ਰਾਂਤੀ ਤੇ ਭਰਮ ਅਸਲ 'ਚ ਇਹ ਪ੍ਰੈਵਾਚੀ ਸ਼ਬਦ ਹੈਗੇ ਨੇ, ਇਹਨਾਂ ਦੇ ਅਰਥ ਇੱਕੋ ਹੀ ਨੇ। ਇਸਤਰੀ ਲਿੰਗ ਵਿੱਚ ਸੰਸਕ੍ਰਿਤ ਰੂਪ 'ਚ ਇਹ ਭ੍ਰਾਂਤੀ ਇਸਤਰੀ ਲਿੰਗ ਆ ਜਾਂਦਾ ਹੈ, ਭਰਮ ਅਸੀਂ ਇਹਨੂੰ ਪੁਲਿੰਗ ਰੂਪ 'ਚ ਕਹਿ ਦਿੰਦੇ ਹਾਂ। ਇਹਦਾ ਅਰਥ ਹੁੰਦਾ ਵੈ, ਭਰਮ ਇੱਕ ਐਸਾ ਸ਼ਬਦ ਹੈ ਜਿਹਦੀ ਵਿਆਖਿਆ ਦੇ ਲਈ ਦੁਨੀਆ ਭਰ ਦੇ ਲਿਖਾਰੀਆਂ ਨੇ ਗ੍ਰੰਥ ਲਿਖੇ, ਕਿਤਾਬਾਂ ਲਿਖੀਆਂ। ਬਹੁਤ ਸਾਰੀਆਂ ਲਾਇਬ੍ਰੇਰੀਆਂ 'ਚ ਤੁਹਾਨੂੰ ਭਰਮ ਦੇ ਉੱਤੇ, ਫੈਲਸੀ ਦੇ ਉੱਪਰ, ਦੁਬਿਧਾ ਦੇ ਉੱਪਰ ਤੁਹਾਨੂੰ ਕਿਤਾਬਾਂ ਮਿਲ ਜਾਣਗੀਆਂ। ਤੇ ਭਗਤ ਰਵਿਦਾਸ ਜੀ ਨੇ ਇੱਕ ਤੁਕ ਵਿੱਚ ਭਰਮ ਦੀ ਵਿਆਖਿਆ ਕਰ ਦਿੱਤੀ। ਜੋ ਮੰਨ ਲਿਆ ਉਹ ਹੈ ਨਹੀਂ, ਉਹਦਾ ਨਾਮ ਹੈ ਭਰਮ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਜੋ ਮੰਨੀ ਬੈਠੇ ਉਹ ਹੈ ਨਹੀਂ ਹੈ, ਬਸ ਇਹ ਹੈ ਭਰਮ। ਤੇ ਇਹੀ ਸਾਡੀ ਭ੍ਰਾਂਤੀ ਹੈ। ਭਰਮ ਭ੍ਰਾਂਤ ਜਿਹੜੇ ਨੇ ਇਹ ਦੋਨੋਂ ਸ਼ਬਦ ਇਕੱਠੇ ਇੱਕੋ ਹੀ ਅਰਥ ਦਿੰਦੇ ਨੇ। ਤੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਧੰਤਾ ਯੋਗ ਨੇ ਅਖੀਰ ਵਿੱਚ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸਪਰਸ਼ ਕਰਕੇ ਆਪਣੇ ਵਰਗਾ ਪਾਰਸ ਬਣਾ ਲਿਆ। ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ। ਮੇਰੇ ਪਾਸੋਂ ਵਿਚਾਰਾ ਕਰਦਿਆਂ ਭੁੱਲਾਂ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।